ਤਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਬੇਸੁਮਾਰ ਅਥਾਹ ਅਗਨਤ ਅਤੁਲੈ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੌੜੀ ਬੈਰਾਗਣ ਮਹੱਲਾ ਪੰਜਵਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਦੈ ਗੁਸਾਈ ਮੀਤੁਲਾ ਤੂੰ ਸੰਗ ਹਮਾਰੈ ਬਾਸ ਜਿਉ। ਦੈ ਗੁਸਾਈ ਮੀਤੁਲਾ ਤੂੰ ਸੰਗ ਹਮਾਰੈ ਬਾਸ ਜਿਉ। ਰਹਾਉ ਤੁਝ ਬਿਨ ਘਰੀ ਨ ਜੀਵਨਾ। ਧ੍ਰਿਗ ਰਹਿਣਾ ਸੰਸਾਰ। ਜੀਅ ਪ੍ਰਾਣ ਸੁਖ ਦਾਤਿਆ ਨਿਮਖ ਨਿਮਖ ਬਲਿਹਾਰ ਜੀ। ਹਸਤ ਅਲੰਬਨ ਦੇਹੁ ਪ੍ਰਭ ਗਰਤਹ ਉਦਰ ਗੋਪਾਲ। ਮੋਹ ਨਿਰਗੁਣ ਮਤ ਥੋਰੀਆ ਤੂੰ ਸਦ ਹੀ ਦੀਨ ਦਇਆਲ। ਕਿਆ ਸੁਖ ਤੇਰੇ ਸੰਮਲਾ ਕਵਨ ਬਿਧਿ ਬੀਚਾਰ। ਸਰਣ ਸਮਾਈ ਦਾਸ ਹਿਤ ਊਚੇ ਅਗਮ ਅਪਾਰ। ਸਗਲ ਪਦਾਰਥ ਅਸ਼ਟ ਸਿੱਧ ਨਾਮ ਮਹਾਰਸ ਮਾਹੇ। ਸੋ ਪ੍ਰਸੰਨ ਭਏ ਕੇਸਵਾ ਸੇ ਜਨ ਹਰਿ ਗੁਣ ਗਾਹੇ। ਮਾਤ ਪਿਤਾ ਸੁਤ ਬੰਧਪੋ ਤੂੰ ਮੇਰੇ ਪ੍ਰਾਣ ਆਧਾਰ। ਸਾਧ ਸੰਗ ਨਾਨਕ ਭਜੈ ਬਿਖ ਤਰਿਆ ਸੰਸਾਰ।
ਮਾਤ ਪਿਤਾ ਸੁਤ ਬੰਧਪੋ ਤੂੰ ਮੇਰੇ ਪ੍ਰਾਣ ਆਧਾਰ। ਸਾਧ ਸੰਗ ਨਾਨਕ ਭਜੈ ਬਿਖ ਤਰਿਆ ਸੰਸਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੌੜੀ ਬੈਰਾਗਣ ਮਹੱਲਾ ਪੰਜਵਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਦੈ ਗੁਸਾਈ ਮੀਤੁਲਾ ਤੂੰ ਸੰਗ ਹਮਾਰਾ ਬਾਸ ਜਿਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਤਸਲ ਦੀਨਾ ਬੰਧੂ ਕਰੁਣਾ ਨਿਧਾਨ ਵਾਲੀਏ ਕੁਲ ਆਲਮ ਚਵਰ ਛਤਰ ਤਖਤ ਦੇ ਮਾਲਕ ਖੰਡਾਂ ਬ੍ਰਹਮੰਡਾਂ ਦੇ ਮਾਲਕ ਲੋਕ ਪਰਲੋਕ ਦੇ ਰੱਖਿਅਕ ਪੂਰੀ ਕਾਇਨਾਤ ਨੂੰ ਸਾਂਝੀ ਵਾਲਤਾ ਦਾ ਉਪਦੇਸ਼ ਦੇ ਕੇ ਨਿਵਾਜਣ ਵਾਲੇ ਗੁਰਤਾ ਗੱਦੀ ਤੇ ਸੁਭਾਇਮਾਨ ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿਨਾਂ ਸਤਿਗੁਰਾਂ ਦੀ ਪਾਕ ਪਵਿੱਤਰ ਹਜ਼ੂਰੀ ਦੇ ਅੰਦਰ ਸੂਖਸ਼ਮ ਰੂਪ ਅੰਦਰ ਜਾਂ ਸਥੂਲ ਰੂਪ ਦੇ ਅੰਦਰ ਜੁੜ ਮਿਲ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਆਪਾਂ ਬੜੇ ਵੱਡੇ ਭਾਗਾਂ ਵਾਲੇ ਹਾਂ ਜੋ ਸਾਨੂੰ ਐਸੇ ਕਲਯੁਗ ਦੇ ਕਲਾ ਵਾਲੇ ਸਮੇਂ ਦੇ ਅੰਦਰ ਐਸੇ ਮਹਾਨ ਪੂਰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ਾਂਤੀ ਪ੍ਰਦਾਨ ਕਰਨ ਵਾਲੀ ਸ਼ਰਨ ਪ੍ਰਾਪਤ ਹੋ ਰਹੀ ਹੈ। ਸਤਿਗੁਰੂ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਨਾਲ ਆਪਾਂ ਸਾਰੇ ਜੁੜ ਮਿਲ ਕਰਕੇ ਬੈਠੇ ਹੋਏ ਹਾਂ। ਸਤਿਗੁਰਾਂ ਦੀ ਅਗੰਮੀ ਬਾਣੀ ਦੇ ਆਪਾਂ ਹੁਣੇ ਇਹ ਮੁੱਖ ਵਾਕ ਸਰਵਣ ਕੀਤੇ ਹਨ। ਇਹ ਫਤਿਹ ਟੀਵੀ ਰਾਹੀਂ ਜੋ ਸਾਰੀ ਦੁਨੀਆ ਦੇ ਅੰਦਰ ਹੀ ਸਤਿਗੁਰਾਂ ਦੀ ਇਸ ਅਗੰਮੀ ਬਾਣੀ ਦਾ ਇਹ ਪ੍ਰਚਾਰ ਇਹ ਪ੍ਰਸਤਾਰ ਹੋ ਰਿਹਾ ਹੈ। ਤਰੀਏ ਗੁਰ ਵਿਚਾਰ ਦੇ ਸਿਧਾਂਤ ਨੂੰ ਲੈ ਕਰਕੇ ਪੂਰੀ ਦੁਨੀਆ ਦੇ ਅੰਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਬਹੁਤ ਬਖਸ਼ਿਸ਼ ਕਰਵਾ ਰਹੇ ਨੇ। ਸੋ ਤਰੀਏ ਗੁਰ ਵਿਚਾਰ ਇਹ ਸਿਧਾਂਤ ਰੱਖਿਆ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਿੱਤਾ ਹੋਇਆ ਸਿਧਾਂਤ ਹੈ ਕਿ ਗੁਰੂ ਕੇ ਸ਼ਬਦ ਦੀ ਵਿਚਾਰ ਦੇ ਨਾਲ ਸੰਸਾਰ ਤੋਂ ਤਰੀਦਾ ਹੈ, ਪਾਰ ਉਤਾਰਾ ਹੁੰਦਾ ਹੈ। ਸੌਖੇ ਜਿਹੇ ਅਰਥ ਹਨ। ਜਦੋਂ ਆਪਾਂ ਹੁਣ ਗਹਿਰਾਈ ਵਿੱਚ ਜਾਵਾਂਗੇ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਵਿਚਾਰਾਂ ਤੋਂ ਬਿਨਾਂ ਸਾਡੇ ਸਮਾਜਿਕ ਰਿਸ਼ਤੇ ਵੀ ਨਹੀਂ ਬਣਦੇ। ਰੱਬ ਦੇ ਨਾਲ ਤਾਂ ਕਿੱਥੋਂ ਰਿਸ਼ਤਾ ਬਣ ਜਾਵੇਗਾ। ਇੱਕ ਸਾਡੇ ਸਮਾਜਿਕ ਰਿਸ਼ਤੇ ਹੈ, ਪਰਿਵਾਰਕ ਰਿਸ਼ਤੇ ਹੁੰਦੇ ਨੇ। ਇਹ ਰਿਸ਼ਤੇ ਵੀ ਵਿਚਾਰਾਂ ਦੇ ਆਸਰੇ ਖੜੇ ਹੋਏ ਹੈ। ਚਾਹੇ ਪਤੀ ਪਤਨੀ ਦਾ ਰਿਸ਼ਤਾ ਹੈ, ਪਿਓ ਪੁੱਤਰ ਦਾ ਰਿਸ਼ਤਾ ਹੈ, ਭਰਾ ਭਰਾ ਦਾ ਰਿਸ਼ਤਾ ਹੈ, ਹੋਰ ਅਨੇਕਾਂ ਪ੍ਰਕਾਰ ਦੇ ਸਾਡੇ ਰਿਸ਼ਤੇ ਨੇ ਪਰਿਵਾਰਕ। ਇਸੇ ਤਰ੍ਹਾਂ ਫਿਰ ਸਮਾਜਿਕ ਕੁਝ ਸਾਡੇ ਰਿਸ਼ਤੇ ਹੈ। ਇਹ ਜਿੰਨੇ ਵੀ ਸਾਡੇ ਰਿਸ਼ਤੇ ਨਾਤੇ ਹੈ ਸਾਰੇ ਵਿਚਾਰਾਂ ਦੇ ਆਸਰੇ ਖੜੇ ਹੈ। ਜਦੋਂ ਵਿਚਾਰਾਂ ਕਮਜ਼ੋਰ ਪੈ ਜਾਂਦੀਆਂ ਜਾਂ ਜਿੱਥੇ ਵਿਚਾਰਾਂ ਨਹੀਂ ਹੁੰਦੀਆਂ ਉਹ ਰਿਸ਼ਤੇ ਨਾਲ ਦੀ ਨਾਲ ਕਮਜ਼ੋਰ ਪੈ ਜਾਂਦੇ। ਰਿਸ਼ਤਾ ਉਹੀ ਹੈ ਪਿਓ ਅਤੇ ਪੁੱਤਰ ਦਾ, ਭਰਾ ਅਤੇ ਭਰਾ ਦਾ, ਪਰ ਵਿਚਾਰਾਂ ਕਮਜ਼ੋਰ ਹੋ ਗਈਆਂ, ਰਿਸ਼ਤੇ ਕਮਜ਼ੋਰ ਹੋ ਗਏ। ਪਤੀ ਪਤਨੀ ਦਾ ਰਿਸ਼ਤਾ ਹੈ, ਇਹ ਵੀ ਰਿਸ਼ਤਾ ਵਿਚਾਰਾਂ ਦੇ ਆਸਰੇ ਖੜਾ ਹੈ। ਜੇ ਦੋਨਾਂ ਦੀਆਂ ਵਿਚਾਰਾਂ ਬਦਲ ਗਈਆਂ ਇਹ ਵੀ ਰਿਸ਼ਤਾ ਕਮਜ਼ੋਰ ਹੋ ਜਾਂਦਾ। ਅਤੇ ਅੱਜ ਕੱਲ੍ਹ ਤਾਂ ਇਸ ਰਿਸ਼ਤੇ ਨੂੰ ਟੁੱਟਣ ਲੱਗਿਆਂ ਬਹੁਤੀ ਦੇਰੀ ਵੀ ਨਹੀਂ ਲੱਗਦੀ ਹੈ। ਆਪਾਂ ਨਿੱਤ ਪੜ੍ਹਦੇ ਰਹਿੰਦੇ ਅਖਬਾਰਾਂ ਵਿੱਚ। ਸੋ ਇਸ ਪ੍ਰਕਾਰ ਇਹ ਸਮਾਜਿਕ ਰਿਸ਼ਤੇ ਹੈ ਸਾਡੇ। ਇਹ ਵੀ ਰਿਸ਼ਤੇ ਚੰਗੀ ਵਿਚਾਰ ਦੇ ਬਲ 'ਤੇ ਖੜ੍ਹੇ ਹੈ। ਅਤੇ ਜਿਹੜਾ ਦੂਜਾ ਰੂਹਾਨੀ ਰਿਸ਼ਤਾ ਹੈ ਉਹ ਗੁਰੂ ਸਾਹਿਬ ਦਾ ਸਿੱਖ ਦਾ ਰਿਸ਼ਤਾ ਹੈ ਜਾਂ ਜੀਵ ਅਤੇ ਈਸ਼ਵਰ ਦਾ ਰਿਸ਼ਤਾ ਹੈ, ਜਗਿਆਸੂ ਅਤੇ ਪਰਮਾਤਮਾ ਦਾ ਰਿਸ਼ਤਾ ਹੈ। ਉਹ ਵੀ ਰਿਸ਼ਤਾ ਵਿਚਾਰਾਂ ਦੀ ਆਸਰੇ ਖੜ੍ਹਾ ਹੈ। ਜੇ ਵਿਚਾਰ ਹੈ ਸਾਡੇ ਪਾਸ ਗੁਰੂ ਦੇ ਸ਼ਬਦ ਦੀ ਤਾਂ ਉਹ ਰਿਸ਼ਤਾ ਫਿਰ ਪੂਰਨ ਤੌਰ 'ਤੇ ਨਿਭਦਾ ਹੈ। ਗੁਰੂ ਜਾਂ ਸਿੱਖ ਦਾ ਰਿਸ਼ਤਾ
ਪਰਮਾਤਮਾ ਜਾਂ ਜਗਿਆਸੂ ਸਾਧਕ ਦਾ ਰਿਸ਼ਤਾ ਹੈ। ਉਹ ਰਿਸ਼ਤੇ ਪੂਰਨ ਤੌਰ ਤੇ ਫਿਰ ਨਿਭ ਜਾਂਦੇ ਨੇ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਸਿਧਾਂਤ ਤਰੀਐ ਗੁਰ ਵਿਚਾਰ, ਇਹਦੇ ਮੁਤਲਕ ਸਾਨੂੰ ਹੋਰ ਵੀ ਕਈ ਤੁਕਾਂ ਸਤਿਗੁਰਾਂ ਦੀ ਬਾਣੀ ਵਿੱਚੋਂ ਪ੍ਰਾਪਤ ਹੁੰਦੀਆਂ। ਮਹਾਰਾਜ ਕਹਿੰਦੇ ਸਭ ਸੈ ਉਪਰ ਗੁਰ ਸ਼ਬਦ ਵਿਚਾਰ। ਕਿੰਨੀਆਂ ਵਿਚਾਰਾਂ ਦੁਨੀਆ ਵਿੱਚ ਨਿਤ ਚੱਲਦੀਆਂ ਨੇ, ਇਹਨਾਂ ਸਾਰੀਆਂ ਵਿਚਾਰਾਂ ਨਾਲੋਂ ਜੇ ਸਭ ਤੋਂ ਉੱਤਮ ਸ਼੍ਰੇਸ਼ਟ ਵਿਚਾਰ ਹੈ ਤਾਂ ਉਹ ਵਿਚਾਰ ਗੁਰੂ ਦੇ ਸ਼ਬਦ ਦੀ ਵਿਚਾਰ ਹੈ। ਜਿਸ ਕਰਕੇ ਜਿਨ੍ਹਾਂ ਨੂੰ ਐਸੇ ਭਿਆਨਕ ਸਮੇਂ ਦੇ ਅੰਦਰ ਐਸੀ ਗੁਰੂ ਦੀ ਵਿਚਾਰ ਪ੍ਰਾਪਤ ਹੋ ਰਹੀ ਹੈ, ਉਹ ਵੱਡੇ ਭਾਗਾਂ ਵਾਲੇ ਆਪਾਂ ਜਾਣੀਏ ਆਪਣੇ ਆਪ ਨੂੰ। ਜੋ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਅਗੰਮੀ ਬੋਲ ਸਾਨੂੰ ਸਾਡੀ ਬੋਲੀ ਦੇ ਵਿੱਚ ਹੀ, ਜਿਹੜੀ ਬੋਲੀ ਅਸੀਂ ਨਿਤ ਘਰਾਂ ਦੇ ਵਿੱਚ ਬੋਲਦੇ ਹਾਂ, ਐਸੀ ਬੋਲੀ ਦੇ ਵਿੱਚ ਹੀ ਮਹਾਰਾਜ ਜੀ ਨੇ ਸਾਨੂੰ, ਐਸੀ ਦੇਸ਼ ਭਾਸ਼ਾ ਦੇ ਵਿੱਚ ਹੀ ਸਾਨੂੰ ਬਖਸ਼ਿਸ਼ ਕੀਤੇ ਹੋਏ ਹੈ। ਸੋ ਆਓ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਸਦਕਾ ਆਪਾਂ ਅੱਜ ਇਸ ਗੁਰੂ ਘਰ ਸਾਹਿਬ ਦੇ ਵਿੱਚ ਬੈਠੇ ਹੋਏ ਹਾਂ। ਮਹਾਰਾਜ ਦੀ ਕਿਰਪਾ ਵਰਤ ਰਹੀ ਹੈ। ਆਪ ਜੀ ਨੇ ਇਹ ਪਾਵਨ ਸ਼ਬਦ ਦੀਆਂ ਮੂਲ ਤੁਕਾਂ ਪਾਠ ਰੂਪ ਅੰਦਰ ਸਰਵਣ ਕੀਤੀਆਂ ਨੇ। ਇਹਨਾਂ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਕੀ ਸਿਧਾਂਤ ਦੇ ਰਹੇ ਨੇ, ਬਾਣੀ ਵਿੱਚ ਸੱਚੇ ਪਾਤਸ਼ਾਹ ਜੀ ਨੇ ਕਿੰਨੀ ਮਿਠਾਸ ਰੱਖੀ ਹੋਈ ਹੈ। ਗਿਆਨ ਦੇ ਸੰਗਤ ਜੀ ਗ੍ਰੰਥ ਥੋੜ੍ਹੇ ਨਹੀਂ, ਗਿਆਨ ਦੇ ਗ੍ਰੰਥ ਬਹੁਤ ਸਨ। ਜਿਵੇਂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਾਸ ਇੱਕ ਪੰਡਤ ਨੇ ਸਵਾਲ ਕਰਿਆ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਯਾਤਰਾ 'ਤੇ ਨਿਕਲੇ ਸਨ ਤੀਰਥਾਂ ਨੂੰ ਪਵਿੱਤਰ ਕਰਨ ਵਾਸਤੇ, ਉਸ ਸਮੇਂ ਪੰਡਤ ਇਕੱਠੇ ਹੋ ਕੇ ਕਹਿਣ ਲੱਗੇ, ਮਹਾਰਾਜ ਦੇਖੋ, ਜਦੋਂ ਤੁਸੀਂ ਜਿਹੜੀ ਨਵੀਂ ਬਾਣੀ ਰਚ ਰਹੇ ਹੋ, ਇਹ ਬਾਣੀ ਦੀ ਕਿਉਂ ਲੋੜ ਪਈ ਤੁਹਾਨੂੰ? ਗਿਆਨ ਦੇ ਗ੍ਰੰਥ ਥੋੜ੍ਹੀ ਨੇ, ਕਿੰਨੇ ਨੇ ਗਿਆਨ ਦੇ ਗ੍ਰੰਥ ਪਹਿਲਾਂ। ਕੀ ਉਹਨਾਂ ਦਾ ਗਿਆਨ ਜਿਹੜਾ ਝੂਠਾ ਹੈ? ਕੀ ਉਹਨਾਂ ਦਾ ਗਿਆਨ ਮਨੁੱਖ ਦੀ ਕਲਿਆਣ ਕਰਨ ਨੂੰ ਸਮਰੱਥ ਨਹੀਂ ਹੈ, ਤਾਂ ਜੋ ਆਪ ਨਵੀਂ ਈਸ਼ਵਰੀ ਬਾਣੀ ਰਚੀ ਜਾ ਰਹੇ? ਸੱਚੇ ਪਾਤਸ਼ਾਹ ਜੀ ਨੇ ਉੱਤਰ ਦਿੱਤਾ ਸੀ ਕਿ ਪੰਡਤੋ ਦੇਖੋ, ਗਿਆਨ ਕਿਸੇ ਤਰ੍ਹਾਂ ਵੀ ਮਾੜਾ ਨਹੀਂ ਹੈ। ਗਿਆਨ ਸਭਨਾਂ ਦੇ ਲਈ ਸਾਂਝਾ ਹੈ, ਗਿਆਨ ਕਲਿਆਣਕਾਰੀ ਵੀ ਹੈ, ਪਰੰਤੂ ਗਿਆਨ ਸਰਬ ਦੇ ਲਈ ਸਾਂਝਾ ਹੋਣੇ ਕਰਕੇ ਫਿਰ ਸਾਰਿਆਂ ਦਾ ਅਧਿਕਾਰ ਹੈ। ਮਹਾਰਾਜ ਜੀ ਨੇ ਦ੍ਰਿਸ਼ਟਾਂਤ ਦਿੱਤਾ, ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮੱਧੇ ਪਾਣੀ ਨਾਹੀ? ਕਿ ਪੰਡਤੋ ਦੇਖੋ, ਹੁਣ ਧਰਤੀ ਦੇ ਉੱਤੇ ਮੀਂਹ ਪੈਂਦਾ, ਬੱਦਲ ਵਰਦੇ ਹੈ, ਕੀ ਧਰਤੀ ਵਿੱਚੋਂ ਪਾਣੀ ਖਤਮ ਹੋ ਗਿਆ? ਧਰਤੀ ਵਿੱਚ ਵੀ ਤਾਂ ਪਾਣੀ ਹੈ, ਪਰ ਉਹ ਪਾਣੀ ਜਿਹੜਾ ਉਹਨੂੰ ਕੱਢਣ ਵਾਸਤੇ ਯਤਨ ਕਰਨੇ ਪੈਂਦੇ, ਹੀਲੇ ਵਸੀਲੇ ਕਰਨੇ ਪੈਂਦੇ ਨੇ। ਜਿਵੇਂ ਖੂਹ ਦਾ ਪਾਣੀ ਹੈ, ਖੂਹ ਪੁੱਟਣਾ ਪੈਂਦਾ ਹੈ, ਸੋ ਉਹਦੇ ਵਿੱਚ ਫਿਰ ਮੌਣ ਬਣਾਉਣੀ ਪੈਂਦੀ, ਖੂਹ ਬਣਾਉਣਾ ਪੈਂਦਾ ਹੈ। ਕਈ ਯਤਨ ਕਰਕੇ ਖੂਹ ਵਿੱਚੋਂ ਪਾਣੀ ਨਿਕਲਿਆ ਕਰਦਾ। ਨਲਕਿਆਂ ਦਾ ਸਮਾਂ ਆਇਆ, ਨਲਕੇ ਲੱਗੇ, ਉਦੋਂ ਬਾਅਦ ਅੱਜ ਕੱਲ੍ਹ ਮੋਟਰਾਂ ਦਾ ਪ੍ਰਬੰਧ ਹੈ, ਪਾਣੀ ਇਹ ਯਤਨ ਕਰਕੇ ਕੱਢਿਆ ਜਾਂਦਾ। ਅਤੇ ਜਿਹੜਾ ਫਿਰ ਮੋਟਰ ਲਾਉਂਦਾ ਹੈ ਉਹ ਫਿਰ ਆਪ ਮਾਲਕ ਬਣ ਕੇ ਬੈਠਦਾ ਕਿ ਮੈਂ ਮੋਟਰ ਲਾਈ, ਮੈਂ ਨਲਕਾ ਲਾਇਆ ਜਾਂ ਮੈਂ ਖੂਹ ਲਾਇਆ, ਇਸ ਕਰਕੇ ਮੇਰਾ ਇਹਦੇ 'ਤੇ ਅਧਿਕਾਰ ਹੈ। ਸੋ ਜਿਹੜੇ ਗਰੀਬ ਗੁਰਬੇ ਇੰਨੀ ਸਮਰੱਥਾ ਦੇ ਮਾਲਕ ਨਹੀਂ ਹਨ, ਫਿਰ ਉਹ ਪਾਣੀ ਕਿੱਥੋਂ ਵਰਤਣ? ਫਿਰ ਉਹਨਾਂ ਵਾਸਤੇ ਲਈ ਉਹਨਾਂ ਦੀਆਂ ਜ਼ਮੀਨਾਂ ਸਨ, ਉਹ ਬੰਜਰ ਰਹਿ ਜਾਂਦੀਆਂ ਪਾਣੀ ਤੋਂ ਬਿਨਾਂ। ਉਹਨਾਂ ਵਾਸਤੇ ਫਿਰ ਵਾਹਿਗੁਰੂ ਪਰਮਾਤਮਾ ਵਰਖਾ ਕਰਦਾ, ਅਤੇ ਵਰਖਾ ਦੇ ਪਾਣੀ 'ਤੇ ਸਭਨਾਂ ਦਾ ਅਧਿਕਾਰ ਹੋਇਆ ਕਰਦਾ ਹੈ। ਜਦੋਂ ਮੀਂਹ ਆਉਂਦਾ ਤੇ ਸਾਰਿਆਂ ਲਈ ਸਾਂਝਾ ਹੀ ਆਉਂਦਾ ਹੈ। ਮੀਂਹ ਪਾਇਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਸੋ ਇਸੇ ਤਰ੍ਹਾਂ ਜਿਹੜੀ ਸਾਡੀ ਸਤਿਗੁਰਾਂ ਦੀ ਇਹ ਬਾਣੀ ਹੈ, ਮਹਾਰਾਜ ਜੀ ਕਹਿੰਦੇ ਇਹ ਵਰਖਾ ਦੇ ਪਾਣੀ ਦੇ ਵਾਂਗ ਹੈ, ਜੋ ਸਭਨਾਂ ਦੇ ਲਈ ਸਾਂਝੀ ਹੈ। ਖੱਤਰੀ ਬ੍ਰਾਹਮਣ ਸੂਦ ਬੈਸ ਉਧਰੈ ਸਿਮਰ ਚੰਡਾਲ, ਚਾਹੇ ਕੋਈ ਵੀ ਸਿਮਰ ਲਵੇ, ਸਾਰਿਆਂ ਦਾ ਹੀ ਭਲਾ ਕਰਨ ਵਾਲੀ ਹੈ ਬਾਣੀ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਾਹੋ ਵਰਨਾ ਕੋ ਸਾਂਝਾ, ਇਹ ਸਭਨਾਂ ਦੇ ਲਈ ਸਾਂਝਾ ਉਪਦੇਸ਼ ਹੈ ਸੱਚੇ ਪਾਤਸ਼ਾਹ ਜੀ ਦਾ। ਫਿਰ ਜਿਹੜੇ ਉਹ ਗਿਆਨ ਦੇ ਗ੍ਰੰਥ ਹੈ, ਵਿਦਾਂਤ ਇਤਿਆਦਿਕ, ਉਹਨਾਂ ਗ੍ਰੰਥਾਂ ਦੇ ਵਿੱਚ ਗਿਆਨ ਤਾਂ ਹੈ ਬਹੁਤ, ਪਰ ਉਹ ਗਿਆਨ ਖੁਸ਼ਕ ਹੈ। ਕੱਲਾ ਜਿਹੜਾ ਗਿਆਨ ਹੈ, ਉਹ ਗਿਆਨ ਨੂੰ ਦੇਸੀ ਘਿਓ ਦਾ ਇਤਿਹਾਸ ਦੇ ਗ੍ਰੰਥਾਂ ਅੰਦਰ ਇਹ ਤੁਲਨਾ ਮਿਲਦੀ ਹੈ। ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਵੀ ਸਿੱਖਾਂ ਨੇ ਕੁਝ ਪ੍ਰਸ਼ਨ ਕੀਤੇ ਸਨ, ਮਹਾਰਾਜ ਉੱਤਰ ਦਿੱਤੇ ਸੀ ਕਿ ਜਿਹੜਾ ਕੱਲਾ ਗਿਆਨ ਹੈ, ਗਿਆਨ ਦੇਸੀ ਘਿਓ ਦੇ ਮੁਤਾਬਕ ਹੈ। ਦੇਸੀ ਘਿਓ ਦੇ ਵਾਂਗ ਸਮਝ ਲਓ, ਜਿਵੇਂ ਦੇਸੀ ਘਿਓ ਹੈ ਤਾਂ ਬੜਾ ਵਧੀਆ ਤਾਕਤ ਵਾਲੀ ਚੀਜ਼ ਹੈ, ਪਰ ਜਿਹਨੂੰ ਪਹਿਲਾਂ ਹੀ ਅੰਦਰ ਗਰਮੀ ਹੋਈ ਪਈ ਹੈ, ਜਾਂ ਜਿਹਦੇ ਅੰਦਰ ਪਹਿਲਾਂ ਕੁਝ ਰੇਸ਼ਾ ਹੈ, ਕਫ ਹੈ, ਜੇ ਕਫ ਵਾਲੇ ਨੂੰ ਆਪਾਂ ਘਿਓ ਦੇ ਦਿੱਤਾ ਤਾਂ ਉਹਦੀ ਬਲਗਮ ਵਿੱਚ ਹੋਰ ਵਾਧਾ ਹੋ ਗਿਆ। ਜੇ ਜਿਹਦੇ ਅੰਦਰ ਗਰਮੀ ਹੈ ਉਹਨੂੰ ਘਿਓ ਦੇ ਦੇਵਾਂਗੇ ਤਾਂ ਉਹਨੂੰ ਫਿਰ ਹੋਰ ਪਿੱਤ ਵੱਧ ਜਾਵੇਗੀ, ਲੂਜ ਮੋਸ਼ਨ ਲੱਗ ਜਾਣਗੇ, ਇੱਦਾਂ ਅਨੇਕਾਂ ਤਰ੍ਹਾਂ ਦੇ ਰੋਗ ਲੱਗ ਜਾਂਦੇ ਹੈ। ਖਾਧਾ ਸੀ ਘਿਓ ਤਾਕਤ ਵਾਸਤੇ, ਪਰ ਬਣ ਗਿਆ ਰੋਗਦਾਇਕ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸਦੇ ਕਿ ਇਸੇ ਤਰ੍ਹਾਂ ਜੇ ਸਿਆਣੇ ਹਕੀਮਾਂ ਦੇ ਪਾਸ ਜਾਇਆ ਜਾਵੇ ਤਾਂ ਹਕੀਮ ਫਿਰ ਕੀ ਦੱਸਦੇ ਹੈ? ਉਹ ਘਿਓ ਖਾਣ ਦਾ ਤਰੀਕਾ ਦੱਸਦੇ ਹੈ ਕਿ ਜਿਹੜਾ ਘਿਓ ਹੈ ਇੱਦਾਂ ਕਰੋ ਕਿ ਇਹਦੇ ਵਿੱਚ ਮਿਸ਼ਰੀ ਮਿਲਾ ਲਓ,
ਮਿਸ਼ਰੀ ਦੇ ਨਾਲ ਮਿਲਾ ਕੇ ਖਾਧਾ ਹੋਇਆ ਘਿਓ ਪਚ ਵੀ ਜਾਂਦਾ ਹੈ, ਸਿਹਤ ਦੇ ਲਈ ਵਧੀਆ ਵੀ ਹੈ, ਤਾਕਤ ਵੀ ਦਿੰਦਾ ਹੈ। ਆਮ ਆਪਾਂ ਦੇਖਦੇ ਰਹੇ ਹਾਂ, ਜਦੋਂ ਛੋਟੇ ਹੁੰਦੇ ਤਾਂ ਕਿਤੇ ਖੰਘ ਲੱਗ ਜਾਣੀ, ਗਲਾ ਖੁਸ਼ਕ ਹੋ ਜਾਣਾ, ਤਾਂ ਜਿਹੜੇ ਦਾਦੇ ਪੜਦਾਦੇ ਹੁੰਦੇ, ਦਾਦੀਆਂ, ਉਹ ਕੀ ਕਰਦੀਆਂ, ਬਜ਼ੁਰਗ ਮਾਤਾਵਾਂ, ਉਹ ਫਿਰ ਖੰਡ ਘਿਓ ਸਾੜ ਕੇ ਦਿਆ ਕਰਦੀਆਂ। ਘਿਓ ਦੇ ਵਿੱਚ ਖੰਡ ਸਾੜ ਦੇਣੀ, ਚੀਨੀ, ਤੇ ਉਹ ਫਿਰ ਦੇ ਦੇਣੀ ਕਿ ਇਹ ਹੁਣ ਇਹਨੂੰ ਖਵਾਓ, ਇਹਦੇ ਨਾਲ ਇਹਦਾ ਗਲਾ ਰਵਾਂ ਹੋ ਜਾਏਗਾ, ਖੰਘ ਚਲੀ ਜਾਵੇਗੀ। ਸੋ ਇੱਦਾਂ ਘਿਓ ਜੇ ਇਕੱਲਾ ਖਾ ਲੈਂਦਾ, ਉਹਦੇ ਨਾਲ ਖੰਘ ਵਿੱਚ ਹੋਰ ਵਾਧਾ ਹੋ ਜਾਣਾ ਸੀ। ਤੇ ਜੇ ਉਹਨੂੰ ਮਿਸ਼ਰੀ ਨਾਲ ਮਿਲਾ ਕੇ ਖਾ ਲਈਏ ਤਾਂ ਘਿਓ ਸਾਡੇ ਲਈ ਫਿਰ ਗੁਣਕਾਰੀ ਬਣ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਜਿਹੜਾ ਇਕੱਲਾ ਗਿਆਨ ਹੈ, ਇਕੱਲਾ ਗਿਆਨ ਜੇ ਤਾਂ ਜਿਹਦੇ ਅੰਦਰ ਤਾਂ ਪਹਿਲੇ ਹੀ ਹਉਮੈ ਭਰੀ ਪਈ ਹੈ, ਫਿਰ ਉਹਦੇ ਅੰਦਰ ਨਿੰਦਿਆ ਚੁਗਲੀ ਦੇ ਹੋਰ ਦਸਤ ਲੱਗ ਜਾਂਦੇ ਨੇ। ਹਉਮੈ ਦੀ ਗਰਮੀ ਜਿਹਦੇ ਅੰਦਰ ਵਧੀ ਪਈ ਹੈ, ਸੋ ਫਿਰ ਉਹ ਨਿੰਦਿਆ ਕਰਨ ਲੱਗ ਪੈਂਦਾ ਹੈ, ਆਪਣੀ ਮੈਂ ਦੇ ਵਿੱਚ ਹੀ, ਵਡਿਆਈ ਦੇ ਵਿੱਚ ਹੀ ਖੋਇਆ ਰਹਿੰਦਾ ਕੁਝ ਗਿਆਨ ਪ੍ਰਾਪਤ ਕਰਕੇ। ਤੇ ਜਿਹਦੇ ਅੰਦਰ ਇਸੇ ਤਰੀਕੇ ਦੇ ਨਾਲ ਵਧਿਆ ਪਿਆ ਕਫ ਬਲਗਮ ਵਧੀ ਪਈ ਹੈ, ਅਨੇਕਾਂ ਤਰ੍ਹਾਂ ਔਗੁਣਾਂ ਦੀ, ਕਾਮ ਕ੍ਰੋਧ ਦੀ, ਜੇ ਉਹ ਗਿਆਨ ਪ੍ਰਾਪਤ ਕਰ ਲਵੇ ਤੇ ਉਹੋ ਜਿਹੇ ਫਿਰ ਗਿਆਨ ਪ੍ਰਾਪਤ ਕਰਕੇ ਕਹਿੰਦੇ ਅਹੰ ਬ੍ਰਹਮ ਅਕਰੇ ਨਿਸੰਗ ਖਾਓ ਬੱਕਰੇ, ਅਹੰ ਬ੍ਰਹਮ ਅਸਮੀ ਨਿਸੰਗ ਭੋਗ ਲక్ష్ਮੀ। ਇੱਦਾਂ ਦੀਆਂ ਉਦਾਹਰਨਾਂ ਦੇ ਦੇ ਕੇ ਆਪਣੇ ਆਪ ਨੂੰ ਕਹਿੰਦੇ ਅਸੀਂ ਤਾਂ ਜੀਵਨ ਮੁਕਤ, ਬ੍ਰਹਮ ਗਿਆਨੀ ਹੈ, ਸਾਨੂੰ ਕੋਈ ਪਾਪ ਪੁੰਨ ਨਹੀਂ ਲੱਗਦਾ, ਜੋ ਮਰਜ਼ੀ ਖਾਓ ਪੀਓ। ਗਿਆਨ ਤਾਂ ਪ੍ਰਾਪਤ ਕੀਤਾ ਉਹਨਾਂ ਨੇ, ਪਰੰਤੂ ਅੰਦਰ ਉਹਨਾਂ ਦਾ ਮਿਹਦਾ ਪਹੁੰਚਾਉਣ ਵਾਲਾ ਨਹੀਂ ਸੀ, ਜਿਹਦੇ ਕਰਕੇ ਉਹ ਹੋਰ ਵਿਕਾਰ ਅੰਦਰ ਵੱਧ ਗਏ। ਹੁਣ ਫਿਰ ਪੂਰੇ ਗੁਰੂ ਦੀ ਲੋੜ ਹੈ, ਪੂਰੇ ਗੁਰੂ ਦੀ ਸ਼ਰਨ ਵਿੱਚ ਜਾਵਾਂਗੇ, ਕਿਉਂਕਿ ਸਤਿਗੁਰ ਬਾਝੋਂ ਗੁਰੂ ਨਹੀਂ ਕੋਈ, ਗੁਰੂ ਤੋਂ, ਸਤਿਗੁਰੂ ਤੋਂ ਬਿਨਾਂ ਪੂਰਨ ਗੁਰੂ ਕੋਈ ਨਹੀਂ। ਤੇ ਗੁਰੂ ਸੰਗਤ ਜੀ ਵੈਦ ਹੈ, ਸੰਸਾਰ ਰੋਗੀ ਨਾਮ ਦਾਰੂ, ਤੇ ਗੁਰੂ ਦੇ ਪਾਸ ਨਾਮ ਰੂਪੀ ਫਿਰ ਦਵਾਈ ਹੈ। ਗੁਰੂ ਦੇ ਪਾਸ ਵੀ ਗਿਆਨ ਹੈ, ਪਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸੇ ਹੀ ਗਿਆਨ ਨੂੰ ਇਸ ਗੁਰਬਾਣੀ ਦੇ ਵਿੱਚ ਇਹ ਭਗਤੀ ਦੀ ਮਿਸ਼ਰੀ ਦੇ ਨਾਲ ਮਿਲਾ ਕੇ ਸਾਨੂੰ ਪਰੋਸਿਆ ਹੈ। ਇਹਦੇ ਵਿੱਚ ਭਗਤੀ ਹੈ ਗੁਰਬਾਣੀ ਅੰਦਰ। ਜਦੋਂ ਗੁਰਬਾਣੀ ਪੜ੍ਹਦੇ ਹਾਂ, ਵਿੱਚੋਂ ਮਿਠਾਸ ਝਲਕਦੀ ਹੈ, ਵਿੱਚੋਂ ਪ੍ਰੇਮ ਝਲਕਦਾ ਹੈ, ਵਾਹਿਗੁਰੂ ਦੇ ਦੀਦਾਰ ਵਿੱਚੋਂ ਚਮਕਦੇ ਹਨ। ਉਹ ਅੱਖਾਂ ਨਹੀਂ ਹੈ ਸਾਡੀਆਂ ਚਲੋ ਸਾਨੂੰ ਸਾਹਮਣੇ ਦੀਦਾਰ ਹੋ ਜਾਣ, ਉਹ ਸਨ ਪੁਰਾਣੇ ਸਤਿਪੁਰਸ਼ ਮਹਾਂਪੁਰਖ, ਬਾਬਾ ਅਤਰ ਸਿੰਘ ਜੀ ਵਰਗੇ, ਬਾਬਾ ਆਨੰਦ ਸਿੰਘ ਜੀ ਵਰਗੇ, ਬਾਬਾ ਸੁੰਦਰ ਸਿੰਘ ਜੀ ਵਰਗੇ ਮਹਾਂਪੁਰਖ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ 10 ਗੁਰੂ ਸਾਹਿਬਾਨਾਂ ਦੇ ਪ੍ਰਤੱਖ ਦੀਦਾਰ ਪ੍ਰਾਪਤ ਕਰਦੇ ਰਹੇ ਸਨ। ਸੋ ਇਸ ਪ੍ਰਕਾਰ ਇਹ ਪ੍ਰਤੱਖ ਨਜ਼ਾਰਾ ਗੁਰਬਾਣੀ ਦਾ ਝਲਕ ਰਿਹਾ। ਇੰਨੀ ਮਿਠਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨਾਂ ਵਿੱਚ ਭਰੀ ਹੋਈ ਹੈ, ਭਗਤੀ ਵਿੱਚ ਮਿਲਾਈ ਹੋਈ ਹੈ, ਪ੍ਰੇਮ ਹੈ ਬਾਣੀ ਦੇ ਵਿੱਚ, ਨਿਮਰਤਾ ਹੈ ਬਾਣੀ ਸਾਨੂੰ ਸਿਖਾਉਂਦੀ, ਸਾਰੀ ਬਾਣੀ ਸਾਨੂੰ ਸੋਝੀ ਬਖਸ਼ ਰਹੀ ਹੈ। ਸੋ ਆਓ ਇਸੇ ਭਗਤੀ ਦਾ ਆਪਾਂ ਵੀ ਕੁਝ ਆਨੰਦ ਮਾਣੀਏ, ਜਿਵੇਂ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹੈ। 203 ਅੰਗ ਸਾਹਿਬ ਦੇ ਉੱਪਰੋਂ ਇਹ ਪਾਵਨ ਸ਼ਬਦ ਆ ਰਿਹਾ ਹੈ। ਮਨ ਵਿੱਚ ਸ਼ਰਧਾ, ਭਾਵਨਾ, ਨਿਰਮਾਣਤਾ, ਸਾਵਧਾਨਤਾ ਤੇ ਇਕਾਗਰਤਾ, ਇਹਨਾਂ ਗੁਣਾਂ ਨੂੰ ਧਾਰਨ ਕਰਕੇ ਇਹ ਪਵਿੱਤਰ ਬਾਣੀ ਦੀ ਕਥਾ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੌੜੀ ਬੈਰਾਗਣ ਮਹੱਲਾ ਪੰਜਵਾ। ਰਾਗ ਗੌੜੀ ਹੈ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਸੱਚੇ ਪਾਤਸ਼ਾਹ ਮਹਾਰਾਜ ਨੇ 31 ਰਾਗਾਂ ਦੇ ਅੰਦਰ ਵੀ ਉਚਾਰਨ ਕੀਤੀ ਹੋਈ ਹੈ। ਕੁਝ ਬਾਣੀ ਰਾਗ ਮੁਕਤ ਵੀ ਹੈ, ਜਿਵੇਂ ਸ੍ਰੀ ਜਪਜੀ ਸਾਹਿਬ ਜੀ ਦੀ ਜਿਹੜੀ ਪ੍ਰਥਮ ਬਾਣੀ ਰਾਗ ਮੁਕਤ ਹੈ। ਫਿਰ 1352 ਅੰਗ ਤੋਂ ਅੱਗੇ ਜੈਜਾਵੰਤੀ ਰਾਗ ਤੋਂ ਅੱਗੇ ਜਿਹੜੀ ਬਾਣੀ ਸਹਿਸਕ੍ਰਿਤੀ ਸਵਈਏ, ਉਹ ਵੀ ਰਾਗ ਮੁਕਤ ਬਾਣੀ ਮੰਨੀ ਹੈ। ਤੇ ਜਿਹੜੀ ਵਿਚਾਲੇ ਬਾਣੀ ਮਹਾਰਾਜ ਜੀ ਦੀ 31 ਰਾਗ ਹਨ, ਜੋ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਾਣੀ ਭਾਈ ਗੁਰਦਾਸ ਜੀ ਦੇ ਪਾਸੋਂ ਲਿਖਾਈ ਸੀ, ਜੋ ਸਰੂਪ ਅੱਜ ਕੱਲ੍ਹ ਜਿਸ ਨੂੰ ਆਪਾਂ ਸ੍ਰੀ ਕਰਤਾਰਪੁਰ ਸਾਹਿਬ ਵਾਲੀ ਬੀੜ ਆਖਦੇ, ਉਹਦੇ ਵਿੱਚ 30 ਰਾਗ ਸਨ। ਉਹ ਉਦੋਂ ਬਾਅਦ ਪ੍ਰਭਾਤੀ ਰਾਗ ਤੱਕ ਹੀ ਉਹ ਸਮਾਪਤੀ ਕੀਤੀ ਹੋਈ ਸੀ ਮਹਾਰਾਜ ਨੇ ਬਾਣੀ। ਫਿਰ 10ਵੇਂ ਪਾਤਸ਼ਾਹ ਜੀ ਨੇ ਜਦੋਂ ਦਮਦਮਾ ਸਾਹਿਬ ਵਿਖੇ 9 ਮਹੀਨੇ 9 ਦਿਨ 9 ਘੜੀਆਂ 9 ਪਲਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੱਕ ਓੰਕਾਰ ਤੋਂ ਉਚਾਰਨ ਕਰਕੇ 18-10-20 ਤੱਕ ਭਾਈ ਮਣੀ ਸਿੰਘ ਜੀ ਹੋਣਾ ਪਾਸੋਂ ਲਿਖਵਾਈ। ਉਸ ਸਮੇਂ ਫਿਰ ਇੱਕ ਰਾਗ ਦਾ ਵਾਧਾ ਕੀਤਾ, ਉਹ ਹੈ ਜੈਜਾਵੰਤੀ ਰਾਗ। ਇੱਦਾਂ 31 ਰਾਗ ਹੋ ਗਏ। ਫਿਰ ਸਰੂਪਾਂ ਦੇ ਅੰਦਰ 9ਵੇਂ ਪਾਤਸ਼ਾਹ ਜੀ ਦੀ ਬਾਣੀ ਸੱਚੇ ਪਾਤਸ਼ਾਹ ਨੇ ਦਰਜ ਕੀਤੀ ਸੀ। ਇਸ ਪ੍ਰਕਾਰ 31 ਰਾਗਾਂ ਵਿੱਚੋਂ ਇਹ ਤੀਸਰਾ ਰਾਗ ਹੈ। ਪਹਿਲਾ ਰਾਗ ਸ੍ਰੀ ਰਾਗ ਹੈ, ਦੂਜਾ ਮਾਝ ਰਾਗ ਹੈ, ਤੀਜਾ ਇਹ ਗੌੜੀ ਰਾਗ ਹੈ। ਤੇ ਗੌੜੀ ਰਾਗ ਦੇ ਅੱਗੇ ਮਹਾਰਾਜ ਇੱਥੇ ਦੱਸ ਰਹੇ ਆ ਬੈਰਾਗਣ। ਇਹ ਬੈਰਾਗਣ ਗੌੜੀ ਰਾਗ ਦੀ ਜਾਤੀ ਹੈ। ਗੌੜੀ ਰਾਗ ਜਿਹੜਾ ਹੈ, ਇਹਦੀਆਂ ਪੁਰਾਣੇ ਜਿਹੜੇ ਕੁਝ ਗਵਈਏ ਲੋਕ ਨੇ ਉਹ 9 ਜਾਤੀਆਂ ਦੱਸਦੇ ਆ, ਕੋ 11 ਦੱਸਦੇ ਆ।
ਪਰੰਤੂ ਜਦੋਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਾਣੀ ਪੜ੍ਹਦੇ ਹਾਂ ਤਾਂ ਭਗਤ ਕਬੀਰ ਸਾਹਿਬ ਜੀ ਦੇ ਬਚਨ ਜਿਵੇਂ ਅੱਗੇ ਆਉਂਦੇ ਹੈ, ਗੌੜੀ 9ਵੀਂ, ਗੌੜੀ 10ਵੀਂ, ਗੌੜੀ 11ਵੀਂ, 12ਵੀਂ ਤੱਕ। ਸੋ ਇਸ ਤਰੀਕੇ ਦੇ ਨਾਲ ਇਹ ਗੁਰਬਾਣੀ ਵਿੱਚੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ 11-12 ਸਾਨੂੰ ਜਾਤੀਆਂ ਪ੍ਰਾਪਤ ਹੁੰਦੀਆਂ ਗੌੜੀ ਰਾਗ ਦੀਆਂ। ਜਿਵੇਂ ਗੌੜੀ ਦੱਖਣੀ ਹੈ, ਗੌੜੀ ਮਾਲਵਾ ਹੈ, ਗੌੜੀ ਮਾਝ ਹੈ, ਗੌੜੀ ਗਵਾਰੇਰੀ ਹੈ। ਇਸੇ ਤਰ੍ਹਾਂ ਇਹ ਗੌੜੀ ਬੈਰਾਗਣ, ਇਹ ਬੈਰਾਗਣ ਇਹਦੀ ਇੱਕ ਜਾਤੀ ਹੈ ਗੌੜੀ ਦੀ। ਇਹ ਜਿਹੜੇ ਕੁਝ ਰਾਗੀ ਲੋਕ ਹੈ, ਜਦੋਂ ਉਹ ਕੀਰਤਨ ਦੀ ਵਿੱਦਿਆ ਪ੍ਰਾਪਤ ਕਰਦੇ ਹਨ, ਮਹਾਨ ਜਿਹੜੇ ਕੁਝ ਕੀਰਤਨ ਸਿਖਾਉਣ ਵਾਲੇ ਹੈ, ਉਸ ਸਮੇਂ ਫਿਰ ਇਹਨਾਂ ਦੀਆਂ ਕੁੰਡੀਆਂ ਉਹ ਦੱਸਿਆ ਕਰਦੇ ਵੀ ਗੌੜੀ ਇਕੱਲਾ ਰਾਗ ਹੋਵੇ ਤਾਂ ਕਿਹੜੀਆਂ ਸੁਰਾਂ ਲੱਗਦੀਆਂ, ਜੇ ਬੈਰਾਗਣ ਜਾਤੀ ਹੋਵੇ ਤਾਂ ਫਿਰ ਇਹਨੂੰ ਕਿਹੜੀਆਂ ਸੁਰਾਂ ਲੱਗਣਗੀਆਂ। ਸੋ ਇਸ ਪ੍ਰਕਾਰ ਇਹ ਬੈਰਾਗਣ ਜਾਤੀ ਮਹਾਰਾਜ ਨੇ ਸਿਰਲੇਖ ਦੇ ਦਿੱਤਾ ਗੁਰਬਾਣੀ ਗਾਉਣ ਵਾਲਿਆਂ ਨੂੰ ਕਿ ਇਹ ਜਿਹੜਾ ਸ਼ਬਦ ਅੱਜ ਅਸੀਂ ਉਚਾਰਨ ਕਰ ਰਹੇ ਹਾਂ ਇਹ ਗਾਉਣਾ ਗੌੜੀ ਰਾਗ ਦੇ ਵਿੱਚ ਹੈ, ਤੇ ਗੌੜੀ ਦੀ ਗਾਂ ਜਿਹੜੀ ਬੈਰਾਗਣ ਜਾਤੀ ਹੈ ਉਹਦੀਆਂ ਸੁਰਾਂ ਲਾ ਕਰਕੇ ਗਾਉਣਾ ਹੈ। ਮਹੱਲਾ ਪੰਜਵਾ, ਮਹੱਲਾ ਸਰੂਪ ਤੇ ਪੰਜਾ ਜਿਹੜਾ 5 ਅੰਕ ਲੱਗਾ ਉਹਨੂੰ ਪੰਜਵਾ ਪੜ੍ਹ ਦੇਣਾ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਤ, ਮਹਾਨ ਪਰਉਪਕਾਰੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਨੇ। ਇਸ ਪਵਿੱਤਰ ਸ਼ਬਦ ਦੇ ਅੰਦਰ ਸੱਚੇ ਪਾਤਸ਼ਾਹ ਜੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀ ਕਰਨ ਦੀ ਸਾਨੂੰ ਜਾਚ ਦੱਸਦੇ ਹੈ ਤੇ ਪਰਮਾਤਮਾ ਦੇ ਉਪਕਾਰ ਚੇਤੇ ਕਰਾਉਂਦੇ ਆ ਸਾਨੂੰ ਕਿ ਪਰਮਾਤਮਾ ਦੇ ਸਾਡੇ ਤੇ ਕਿੰਨੇ ਉਪਕਾਰ ਕੀਤੇ ਹੋਏ ਨੇ। ਸੋ ਇਸ ਪ੍ਰਕਾਰ ਪਹਿਲਾ ਮੰਗਲ ਉਚਾਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਮੰਗਲ ਉਚਾਰਨ ਕੀਤਾ ਹੈ ਸੱਚੇ ਪਾਤਸ਼ਾਹ ਜੀ ਨੇ। ਮੰਗਲ ਦਾ ਅਰਥ ਹੁੰਦਾ ਹੈ ਖੁਸ਼ੀ। ਕੋਈ ਵੀ ਜਦੋਂ ਆਪਾਂ ਕੰਮ ਆਰੰਭ ਕਰਦੇ ਹਾਂ, ਚਾਹੇ ਨਵੀਂ ਕਿਸੇ ਨੇ ਦੁਕਾਨ ਪਾਈ ਹੋਵੇ, ਨਵਾਂ ਘਰ ਲਿਆ ਹੋਵੇ, ਨਵਾਂ ਕਾਰਜ ਆਪਾਂ ਆਰੰਭ ਕਰਦੇ ਹਾਂ, ਉਹਦੀ ਖੁਸ਼ੀ ਕੀਤੀ ਜਾਂਦੀ ਹੈ। ਪਹਿਲਾਂ ਜਿਵੇਂ ਕੋਈ ਘਰ ਬਣਾਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨ ਆਪਾਂ ਘਰ ਵਿੱਚ ਪਵਾਉਣੇ, ਅਖੰਡ ਪਾਠ ਸਾਹਿਬ, ਸ੍ਰੀ ਸਹਿਜ ਪਾਠ, ਸ੍ਰੀ ਸੁਖਮਨੀ ਸਾਹਿਬ ਜੀ ਦੇ ਆਪਣੀ ਆਪਣੀ ਸਮਰੱਥਾ ਅਨੁਸਾਰ ਮਹਾਰਾਜ ਜੀ ਦੀ ਸੇਵਾ ਕਰਦੇ ਹਾਂ, ਸਾਰੇ ਕਰਦੇ ਨੇ। ਇਸੇ ਤਰ੍ਹਾਂ ਹੋਰਨਾਂ ਮੱਤਾਂ ਵਾਲੇ ਜਿਵੇਂ ਹਿੰਦੂ ਮੱਤ ਵਿੱਚ ਗਣੇਸ਼ ਦੀ ਪੂਜਾ ਬੜੀ ਮੰਨੀ ਜਾਂਦੀ ਹੈ, ਜਾਂ ਵਿਸ਼ਨੂੰ ਦੀ ਜਾਂ ਸਰਸਵਤੀ ਦੀ ਪੂਜਾ ਕਰਦੇ ਨੇ। ਕੋਈ ਸ਼ਿਵ ਜੀ ਦੇ ਉਪਾਸਕ ਉਹ ਸ਼ਿਵ ਜੀ ਦੀ ਪੂਜਾ ਕਰ ਲੈਂਦੇ। ਵੱਖਰੇ ਵੱਖਰੇ ਮਤਾਂਤਰਾਂ ਵਾਲੇ ਜਦੋਂ ਕੋਈ ਨਵਾਂ ਕੰਮ ਆਰੰਭ ਕਰਦੇ ਨੇ ਤੇ ਉਹ ਫਿਰ ਆਪਣੇ ਆਪਣੇ ਤਰੀਕੇ ਦੇ ਨਾਲ ਉਹ ਪੂਜਾ ਕਰਦੇ ਹੈ, ਖੁਸ਼ੀ ਪ੍ਰਗਟ ਕਰਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਜੀ ਵੀ ਜਦੋਂ ਸ਼ਬਦ ਉਚਾਰਨ ਕਰਦੇ ਹੈ ਨਵੀਂ ਜਾਤੀ ਵਿੱਚ ਜਾਂ ਨਵੇਂ ਘਰ ਵਿੱਚ ਜਾਂ ਨਵੇਂ ਰਾਗ ਦੇ ਵਿੱਚ, ਨਵੀਂ ਸੁਰ ਤਾਲ ਦੇ ਵਿੱਚ, ਤਾਂ ਫਿਰ ਉੱਥੇ ਸੱਚੇ ਪਾਤਸ਼ਾਹ ਜੀ ਨਾਲ ਮੰਗਲ ਉਚਾਰਨ ਕਰ ਦਿੰਦੇ ਹੈ। ਮੰਗਲ ਭਾਵ ਖੁਸ਼ੀ। ਜੋ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਥੇ ਨਿਰੰਕਾਰ ਦਾ ਹੀ ਵਡਿਆਈ ਕਰਦੇ ਨੇ। ਇਹ ਮੰਗਲ ਵਿਦਵਾਨਾਂ ਨੇ 3 ਪ੍ਰਕਾਰ ਦੇ ਮੰਨੇ ਹੋਏ ਸਨ, ਪਰ ਵਿਦਿਆ ਮਾਰਦੰਡ ਮਹਾਂਪੁਰਖ ਪਰਮ ਪੂਜਨੀਕ ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ ਆਪਣੀ ਕਥਾ ਵਿੱਚ ਦੱਸਿਆ ਕਰਦੇ ਹੈ। ਉਹ ਕਹਿੰਦੇ ਮੰਗਲ 4 ਪ੍ਰਕਾਰ ਦੇ ਨੇ। ਉਹਨਾਂ ਨੇ ਸਿੱਧ ਵੀ ਕੀਤਾ ਫਿਰ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਘਰ ਹੱਥ। ਇਹ 2 ਤੁਕਾਂ ਦੇ ਵਿੱਚ ਇਹ 4 ਕਿਸਮਾਂ ਇਸ ਮੰਗਲਾਂ ਦੀਆਂ ਕਥਨ ਕੀਤੀਆਂ। ਪਹਿਲਾਂ ਸਮਝੀਏ ਮੰਗਲ ਦਾ ਅਰਥ ਤਾਂ ਹੋਇਆ ਖੁਸ਼ੀ। ਖੁਸ਼ੀ 3 ਪ੍ਰਕਾਰ ਕਰਕੇ ਪੁਰਾਣੇ ਜਿਹੜੇ ਸੀ ਉਹ ਕਥਨ ਕਰਿਆ ਕਰਦੇ। ਇੱਕ ਹੈ ਵਸਤੂ ਨਿਰਦੇਸ਼ ਮੰਗਲ, ਇੱਕ ਹੁੰਦਾ ਹੈ ਇਸੇ ਤਰ੍ਹਾਂ ਨਮਸਕਾਰਾਤਮਕ ਮੰਗਲ, ਇੱਕ ਆਸ਼ੀਰਵਾਦ ਮੰਗਲ, ਇੱਕ ਆਤਮ ਚਿੰਤਨ ਮੰਗਲ। ਇਹ ਚੌਥਾ ਮਹਾਂਪੁਰਖਾਂ ਨੇ ਸਿੱਧ ਕੀਤਾ। ਵਸਤੂ ਨਿਰਦੇਸ਼ ਤੋਂ ਭਾਵ ਹੈ ਕਿ ਜਿਸ ਦੇ ਵਿੱਚ ਵਸਤੂ ਦਾ ਨਿਰਣਾ ਕਰਕੇ ਦੱਸਿਆ ਜਾਵੇ। ਵਸਤੂ ਸਮਝੀਏ ਆਪਾਂ ਬ੍ਰਹਮ ਪਰਮਾਤਮਾ ਨੂੰ। ਜਿਸ ਮੰਗਲ ਦੇ ਵਿੱਚ ਪਰਮਾਤਮਾ ਦਾ ਨਿਰਣਾ ਹੋਵੇ ਉਹਨੂੰ ਵਸਤੂ ਨਿਰਦੇਸ਼ ਕਹਿ ਦਿੰਦੇ ਆ। ਜਿਵੇਂ ਇਹ ਮੰਗਲ ਹੈ ਏਕ ਓੰਕਾਰ ਸਤਿਗੁਰ ਪ੍ਰਸਾਦ, ਇਹ ਵਸਤੂ ਨਿਰਦੇਸ਼ ਹੈ। ਇਹਦੇ ਵਿੱਚ ਪਰਮਾਤਮਾ ਦਾ ਨਿਰਣਾ ਕਰਕੇ ਦੱਸਿਆ ਕਿ ਪਰਮਾਤਮਾ ਕੈਸਾ ਹੈ। ਇੱਕ ਹੈ ਮੰਗਲ ਇਸੇ ਤਰ੍ਹਾਂ ਨਮਸਕਾਰਾਤਮਕ ਮੰਗਲ, ਜਿਹਦੇ ਵਿੱਚ ਆਪਣੇ ਇਸ਼ਟ ਨੂੰ ਨਮਸਕਾਰਾਂ ਹੀ ਕੀਤੀਆਂ ਹੋਣ। ਜਿਵੇਂ ਆਪਾਂ ਸ੍ਰੀ ਜਾਪ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ। ਉਹ ਸਾਰੀ ਬਾਣੀ ਵਿੱਚ ਪਰਮਾਤਮਾ ਦੇ ਬੇਅੰਤ ਨਾਮ ਲੈ ਕਰਕੇ ਵਾਹਿਗੁਰੂ ਨਮਸਕਾਰਾਂ ਕੀਤੀਆਂ। ਉਹ ਨਮਸਕਾਰਾਤਮਕ ਭਾਵ ਬਾਣੀ ਹੈ। ਇੱਕ ਹੈ ਆਸ਼ੀਰਵਾਦ ਮੰਗਲ, ਜਿਹਦੇ ਵਿੱਚ ਰੱਬ ਦੇ ਪਾਸੋਂ ਆਸ਼ੀਰਵਾਦ ਲਈ ਹੋਵੇ, ਐਸੀ ਜਿਹੜੀ ਬਾਣੀ ਉਹਨੂੰ ਆਸ਼ੀਰਵਾਦ ਮੰਗਲ ਕਹਿ ਦਿੰਦੇ। ਇੱਕ ਹੈ ਆਤਮ ਚਿੰਤਨ ਮੰਗਲ, ਜਿਹਦੇ ਵਿੱਚ ਆਪਣੀ ਆਤਮਾ ਰਾਹੀਂ ਉਸ ਪਰਮ ਪਰਮਾਤਮਾ ਦਾ ਬ੍ਰਹਮ ਦਾ ਹੀ ਚਿੰਤਨ ਹੋਵੇ।
ਭਾਵ ਆਪਣੀ ਆਤਮਾ ਨੂੰ ਬ੍ਰਹਮ ਰੂਪ ਕਰਕੇ ਚਿੰਤਨ ਕਰਨਾ, ਇਹ ਆਤਮ ਚਿੰਤਨ ਮੰਗਲ ਹੋ ਗਿਆ। ਮਹਾਂਪੁਰਖ ਦੱਸਦੇ ਡੰਡੌਤ ਬੰਧਨ ਅਨਕ ਬਾਰ, ਇੰਨੀ ਜਿਹੜੀ ਤੁਕ ਹੈ ਇਹਦੇ ਵਿੱਚ ਨਮਸਕਾਰਤਮਕ ਮੰਗਲ ਹੈ ਵੀ ਅਨੇਕਾਂ ਵਾਰੀ ਵਾਹਿਗੁਰੂ ਤੈਨੂੰ ਨਮਸਕਾਰ ਹੈ। ਸਰਬ ਕਲਾ ਸਮਰੱਥ, ਇਹ ਵਸਤੂ ਨਿਰਦੇਸ਼ ਮੰਗਲ ਹੈ। ਡੋਲਣ ਤੇ ਰਾਖੋ ਪ੍ਰਭੂ, ਇਹ ਅਸ਼ੀਰਵਾਦ ਮੰਗਲ ਹੈ। ਵਾਹਿਗੁਰੂ ਦੇ ਪਾਸੋਂ ਅਸ਼ੀਰਵਾਦ ਲਈ ਹੈ। ਫਿਰ ਇਸੇ ਪ੍ਰਕਾਰ ਨਾਨਕ ਦੇ ਕਰ ਹੱਥ, ਇਹ ਆਪਣੀ ਆਤਮਾ ਦਾ ਪ੍ਰਮਾਤਮਾ ਨਾਲ ਅਭੇਦ ਚਿੰਤਨ ਕੀਤਾ ਹੈ। ਇੱਦਾਂ ਆਤਮ ਚਿੰਤਨ ਮੰਗਲ ਸਿੱਧ ਕੀਤਾ ਹੋਇਆ ਸਤਿਪੁਰਸ਼ਾਂ ਨੇ। ਸੋ ਇਸ ਪ੍ਰਕਾਰ 4 ਪ੍ਰਕਾਰ ਦੇ ਮੰਗਲਾਂ ਦੇ ਵਿੱਚੋਂ ਇਥੇ ਵਸਤੂ ਨਿਰਦੇਸ਼ ਮੰਗਲ ਕਥਨ ਕਰਦੇ ਆ। ਇੱਕ ਅਦੁੱਤੀ ਬ੍ਰਹਮ, ਓੰਕਾਰ ਦਾ ਅਰਥ ਹੈ ਜੋ ਸਰਬਦਾ ਪ੍ਰਕਾਸ਼ਕ ਹੈ, ਸਤ ਨਾਸ਼ ਤੋਂ ਰਹਿਤ, ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਜਾਂ ਜੋ ਇੱਕੋ ਇੱਕ ਸਾਰਿਆਂ ਦਾ ਪ੍ਰਕਾਸ਼ਕ ਵਾਹਿਗੁਰੂ ਬ੍ਰਹਮ ਚੇਤਨ ਹੈ, ਉਹ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਰਾਹੀਂ ਪ੍ਰਾਪਤ ਹੁੰਦਾ ਹੈ। ਦੈ ਗੁਸਾਈ ਮੀਤੁਲਾ। ਇਹਨੂੰ ਇਸੇ ਤਰ੍ਹਾਂ ਦੱਦਾ ਤੇ ਯਈਆ ਹੀ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਹੋਇਆ, ਦੋਨੇ ਅੱਖਰ ਮੁਕਤੇ ਹੈ ਤੇ ਇਹਦਾ ਜਿਹੜਾ ਉਚਾਰਨ ਹੈ ਉਹ ਦੱਦੇ ਨੂੰ ਦਲਾਵਾਂ ਲਾ ਕੇ ਦੈ ਗੁਸਾਈ ਇਸ ਤਰੀਕੇ ਨਾਲ ਪੜ੍ਹਨਾ ਹੈ। ਕਈ ਇਹਨੂੰ ਦੱਜ ਪੜ੍ਹ ਜਾਂਦੇ, ਦੱਦਾ ਤੇ ਯਈਆ ਦੱਜ। ਦੱਜ ਤੇ ਜੱਜੇ ਨਾਲ ਬਣ ਸਕਦਾ ਜਾਂ ਝੱਜੇ ਨਾਲ ਬਣ ਸਕਦਾ ਹੈ। ਜੇ ਇਹਨੂੰ ਦੱਜ ਪੜਾਂਗੇ ਤਾਂ ਉਹਦਾ ਸੰਗਤ ਜੀ ਫਿਰ ਅਰਥ ਵੀ ਬਦਲੇਗਾ। ਦੱਜ ਦਾ ਅਰਥ ਹੁੰਦਾ ਸੜਨਾ, ਸਾੜ, ਤੇ ਫਿਰ ਇਹਦੇ ਨਾਲ ਅਰਥ ਢੁਕਣਾ ਨਹੀਂ ਹੈ। ਇਸ ਕਰਕੇ ਗੁਰਬਾਣੀ ਦੀ ਸੰਥਾ ਵੀ ਚਾਹੀਦੀ, ਕਿਉਂਕਿ ਸ਼ੁੱਧ ਪਾਠ ਤੇ ਅਰਥ ਸੁੱਧ, ਸੁੱਧ ਅਰਥ ਸੁੱਧ ਬੋਧ। ਸੁੱਧ ਪਾਠ ਕਰਾਂਗੇ ਤਾਂ ਸਾਨੂੰ ਸ਼ੁੱਧ ਅਰਥ ਪ੍ਰਾਪਤ ਹੋਏਗਾ, ਸ਼ੁੱਧ ਅਰਥ ਪ੍ਰਾਪਤ ਹੋਏਗਾ ਤਾਂ ਸ਼ੁੱਧ ਬੋਧ ਗਿਆਨ ਪ੍ਰਾਪਤ ਹੋਏਗਾ ਕਿ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਦੇ ਅੰਦਰ ਕੀ ਭੇਤ ਰੱਖਿਆ, ਕੀ ਸਿਧਾਂਤ ਦੱਸਿਆ। ਜੇ ਸਾਨੂੰ ਪਾਠ ਹੀ ਸ਼ੁੱਧ ਨਾ ਕਰਨਾ ਆਇਆ ਤਾਂ ਜੋ ਸ਼ਬਦ ਦੇ ਵਿੱਚ ਸਾਰ ਸਿਧਾਂਤ ਹੈ ਗੂੜ, ਉਹ ਕਿੱਦਾਂ ਸਮਝ ਲਵਾਂਗੇ। ਇਸ ਕਰਕੇ ਕਿਉਂਕਿ ਪੰਜਾਬੀ ਸਾਡੀ ਜਿਹੜੀ ਗੁਰਮੁਖੀ ਪੰਜਾਬੀ ਬੋਲੀ ਹੈ, ਇਹਦੇ ਵਿੱਚ ਜੇ ਇੱਕ ਮਾਤਰਾ ਵੀ ਇੱਧਰ ਉੱਧਰ ਹੋ ਜਾਵੇ ਅੱਖਰ ਦੀ ਤਾਂ ਉਹਦਾ ਅਰਥ ਹੋਰ ਦਾ ਹੋਰ ਬਣ ਜਾਇਆ ਕਰਦਾ ਹੈ। ਇਸ ਕਰਕੇ ਪੰਜਾਬੀ ਜਿਵੇਂ ਆਮ ਆਪਾਂ ਕਹਿੰਦੇ ਕਿ ਪੰਜਾਬੀ ਦੋਹਰੀ ਬੋਲੀ, ਇਹਦੇ ਤਾਂ ਇੱਕ ਗੱਲ ਕਹੋ ਦੋ ਦੋ ਮਤਲਬ ਨਿਕਲ ਆਉਂਦੇ। ਇਸ ਕਰਕੇ ਗੁਰਬਾਣੀ ਜਿਹੜੀ ਸੱਚੇ ਪਾਤਸ਼ਾਹ ਜੀ ਇਹ ਬੜੀ ਧਿਆਨ ਸਾਵਧਾਨੀ ਮੰਗਦੀ। ਸਾਵਧਾਨ ਇਕਾਗਰ ਚੀਤ ਸ੍ਰੀ ਸੁਖਮਨੀ ਸਾਹਿਬ 'ਚ ਆਪਾਂ ਪੜ੍ਹਦੇ ਹਾਂ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਰੱਬ ਦੀ ਉਸਤਤ ਕਰਨੀ ਹੈ ਤਾਂ ਮਹਾਰਾਜ ਕਹਿੰਦੇ ਸਰੀਰ ਨੂੰ ਸਾਵਧਾਨ ਤੇ ਚਿੱਤ ਨੂੰ ਇਕਾਗਰ ਕਰਕੇ। ਤੇ ਬਾਣੀ ਸਾਰੀ ਵਾਹਿਗੁਰੂ ਦੀ ਉਸਤਤੀ ਹੋਈ ਤਾਂ ਹੈ, ਸਾਰੀ ਬਾਣੀ ਅੰਦਰ ਪ੍ਰਮਾਤਮਾ ਦੀ ਸਿਫਤ ਗਾਈ ਹੋਈ ਹੈ। ਇਸ ਕਰਕੇ ਬਾਣੀ ਪੜ੍ਹਨ ਲੱਗਿਆਂ ਸਾਵਧਾਨੀ ਲੈ ਕੇ ਆਉਣੀ। ਇਹ ਨਹੀਂ ਅਣਗਹਿਲੀ ਦੇ ਨਾਲ ਬਸ ਗੁਟਕਾ ਸਾਹਿਬ ਪ੍ਰਕਾਸ਼ ਹੈ, ਜਪਜੀ ਸਾਹਿਬ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਕਿਹਾ, ਉਦੋਂ ਬਾਅਦ ਵਿੱਚ ਵਿਚਾਲੇ ਕੀ ਪੜ੍ਹ ਗਏ ਪਤਾ ਹੀ ਨਹੀਂ ਕੁਝ ਚੱਲਦਾ। ਫਿਰ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਉੱਥੇ ਆ ਕੇ ਫਿਰ ਗੁਟਕਾ ਸਾਹਿਬ ਸੰਤੋਖ ਦਿੰਦੇ ਵੀ ਲਓ ਜੀ ਇੱਕ ਜਪਜੀ ਸਾਹਿਬ ਦਾ ਪਾਠ ਹੋ ਗਿਆ। ਤੇ ਜਿਹੜੀਆਂ ਵਿੱਚ ਸੰਗਤ ਜੀ 38 ਪੌੜੀਆਂ ਪੜ੍ਹਦੀਆਂ ਆਪਾਂ, ਉਹਨਾਂ ਪੌੜੀਆਂ ਅੰਦਰ ਵੀ ਸੱਚੇ ਪਾਤਸ਼ਾਹ ਜੀ ਸਾਨੂੰ ਕੁਝ ਸਿੱਖਿਆ ਦੇ ਰਹੇ ਸਨ, ਉਹ ਸਿੱਖਿਆ ਵੀ ਆਪਾਂ ਗ੍ਰਹਿਣ ਕਰਨੀ ਹੁੰਦੀ ਹੈ। ਇਹਦੇ ਕਰਕੇ ਫਿਰ ਸਰੀਰ ਸਾਵਧਾਨ ਤੇ ਮਨ ਇਕਾਗਰ ਚਾਹੀਦਾ ਹੈ। ਗੁਰਬਾਣੀ ਇਕਾਗਰ ਮਨ ਮੰਗਦੀ ਹੈ। ਜਿੰਨਾ ਮਨ ਸਾਡਾ ਇਕਾਗਰ ਹੋਏਗਾ, ਸਾਵਧਾਨ ਹੋਏਗਾ, ਓਨਾ ਹੀ ਸੱਚੇ ਪਾਤਸ਼ਾਹ ਜੀ ਦਾ ਸਾਰ ਸਿਧਾਂਤ ਸਾਡੇ ਅੰਦਰ ਫਿਰ ਗਹਿਰਾਈ ਤੱਕ ਜਾਵੇਗਾ। ਆਮ ਆਪਾਂ ਦੇਖਦੇ ਸੰਗਤ ਜੀ ਪਾਣੀ ਹੈ, ਪਾਣੀ ਦੇ ਵਿੱਚ ਜੇ ਹਿਲਜੁਲ ਹੋ ਰਹੀ ਹੋਵੇ ਉਹਦਾ ਫਿਰ ਥੱਲਾ ਨਹੀਂ ਪਤਾ ਚੱਲਦਾ ਤਲ ਉਹਦਾ, ਨਾ ਹੀ ਸਾਨੂੰ ਉਹਦੇ ਵਿੱਚ ਆਪਣਾ ਚਿਹਰਾ ਦਿਖਦਾ। ਜੇ ਪਾਣੀ ਟਿਕਿਆ ਹੋਵੇ ਚਾਹੇ ਬਰਤਨ 'ਚ ਹੀ ਕਿਉਂ ਨਾ ਪਿਆ ਹੋਵੇ, ਤੇ ਜੇ ਟਿਕਿਆ ਹੋਇਆ ਪਾਣੀ ਹੈ ਤਾਂ ਉਹਦੇ ਵਿੱਚ ਹੇਠਾਂ ਕੀ ਚੀਜ਼ ਵਸਤੂ ਪਈ ਉਹ ਵੀ ਦਿਸ ਜਾਵੇਗੀ, ਤੇ ਉਹਦੇ ਵਿੱਚੋਂ ਸਾਨੂੰ ਆਪਣੀ ਸ਼ਕਲ ਵੀ ਜਿਉਂ ਦੀ ਤਿਉਂ ਦਿਸ ਪੈਂਦੀ ਹੈ। ਇਸੇ ਤਰ੍ਹਾਂ ਜੇ ਸਾਡਾ ਮਨ ਟਿਕਿਆ ਹੋਇਆ ਹੋਵੇਗਾ ਤਾਂ ਫਿਰ ਮਨ ਦੀ ਗਹਿਰਾਈ ਜੋ ਅੰਦਰ ਆਤਮਾ ਸਾਡੀ ਵਾਹਿਗੁਰੂ ਦੀ ਜੋਤ ਉਹ ਵੀ ਦਿਸ ਪੈਂਦੀ ਹੈ, ਆਪਣਾ ਸਰੂਪ ਵਿੱਚੋਂ ਨਜ਼ਰ ਪੈ ਜਾਂਦਾ ਹੈ। ਸੋ ਇੱਦਾਂ ਫਿਰ ਗੁਰਬਾਣੀ ਗਹਿਰਾਈ ਤੱਕ ਸਾਡੇ ਚਲੀ ਜਾਂਦੀ ਹੈ। ਇੱਦਾਂ ਸਾਵਧਾਨੀ ਚਾਹੀਦੀ। ਸਾਵਧਾਨੀ ਤੋਂ ਬਿਨਾਂ ਜੇ ਆਪਾਂ ਸੰਗਤ ਜੀ ਰਸਤੇ ਦੇ ਵਿੱਚ ਮੋਟਰ ਗੱਡੀ ਕੋਈ ਚਲਾਉਂਦੇ ਹੈ ਤੇ ਸਾਵਧਾਨੀ ਦੇ ਨਾਲ ਚਲਾਵਾਂਗੇ ਤਾਂ ਸਹੀ ਜਾਵਾਂਗੇ, ਮੰਜ਼ਿਲ ਤੇ ਸਹੀ ਤਰ੍ਹਾਂ ਪਹੁੰਚਾਂਗੇ। ਜੇ ਅਣਗਹਿਲੀ 'ਚ ਚਲਾਈਏ ਤਾਂ ਫਿਰ ਐਕਸੀਡੈਂਟ ਹੋਣ ਦਾ ਜਿਵੇਂ ਖਤਰਾ ਰਹਿੰਦਾ ਹੈ। ਸੋ ਇਸ ਕਰਕੇ ਹਰੇਕ ਕੰਮ ਦੇ ਵਿੱਚ ਸਾਵਧਾਨੀ ਆਪਾਂ ਵਰਤਦੇ ਹਾਂ ਤੇ ਗੁਰਬਾਣੀ ਪੜ੍ਹਨ ਲੱਗਿਆ ਵੀ ਸਾਵਧਾਨੀ, ਅੱਖਰਾਂ ਦਾ ਸ਼ੁੱਧ ਬੋਧ ਪ੍ਰਾਪਤ ਹੋਣਾ ਚਾਹੀਦਾ ਹੈ। ਸੋ ਇਸ ਪ੍ਰਕਾਰ ਦੈ ਦੱਦਾ ਤੇ ਜਈਆ ਮੁਕਤਾ ਹੈ, ਇਹਦਾ ਉਚਾਰਨ ਦੈ ਕਰਕੇ ਹੋਵੇਗਾ। ਹੋਰ ਵੀ ਧਿਆਨ ਰੱਖੀਏ, ਇੱਕ ਜਈਆ ਅੱਖਰ ਹੈ ਗੁਰਬਾਣੀ ਦੇ ਵਿੱਚ, ਗੁਰਮੁਖੀ ਬੋਲੀ ਵਿੱਚ, ਜਿਹੜਾ ਮਾਤਰਾ ਭੇਦ ਕਰਕੇ ਅਨੇਕਾਂ ਤਰ੍ਹਾਂ ਕਰਕੇ ਉਚਾਰਨ ਹੁੰਦਾ ਹੈ। ਜੇ ਦੱਦਾ ਵਾ ਤੇ ਜਈਏ ਨੂੰ ਔਂਕੜ ਲੱਗ ਗਿਆ ਤਾਂ ਫਿਰ ਇਹਨੇ ਇੱਕ ਈੜੀ ਤੇ ਇੱਕ ਊੜਾ ਬਣ ਜਾਣਾ, ਦਈਓ ਪਾਠ ਬਣ ਜਾਏਗਾ।
ਜੇ ਦੱਦਾ ਤੇ ਯਈਏ ਨੂੰ ਸਿਹਾਰੀ ਲੱਗ ਜਾਵੇ, ਫਿਰ ਦੱਦਾ ਤੇ ਈੜੀ ਬਿਹਾਰੀ ਤੇ ਈੜੀ ਸਿਹਾਰੀ ਦੋਨੇ ਈੜੀਆਂ ਕਰਕੇ ਬੋਲੇਗਾ ਦਈਏ। ਇਸ ਤਰੀਕੇ ਨਾਲ ਦੱਦਾ ਯਈਏ ਕੰਨਾ ਲੱਗ ਗਿਆ, ਫਿਰ ਇਹਨੇ ਈੜੀ ਤੇ ਐੜਾ ਬਣ ਜਾਣਾ। ਯਈਆ ਆਪਣਾ ਉਚਾਰਨ ਕਿਤੇ ਕਿਤੇ ਰੱਖਦਾ ਹੈ। ਜ਼ਿਆਦਾਤਰ ਯਈਆ ਜਦੋਂ ਸ਼ੁਰੂ ਤੇ ਆ ਜਾਵੇ ਤਾਂ ਇਹਦਾ ਆਪਣਾ ਉਚਾਰਨ ਰਹਿ ਜਾਂਦਾ ਹੈ, ਤੇ ਜੇ ਸ਼ੁਰੂ ਤੇ ਵੀ ਇਹਨੂੰ ਸਿਹਾਰੀ ਲੱਗ ਜਾਵੇ ਤਾਂ ਉੱਥੇ ਵੀ ਫਿਰ ਈੜੀ ਬਣ ਜਾਂਦਾ ਹੈ। ਸੋ ਇਸ ਕਰਕੇ ਕੁਝ ਸੰਗਤ ਜੀ ਪਾਠ ਭੇਦ ਹੋਇਆ ਕਰਦੇ ਸਮਝਣ ਵਾਸਤੇ ਮਾਤਰਾ ਦੇ ਭੇਦ ਕਰਕੇ ਅੱਖਰ ਦਾ ਉਚਾਰਨ ਬਦਲ ਜਾਂਦਾ ਹੈ। ਸੋ ਇੱਥੇ ਯਈਆ ਮੁਕਤਾ, ਇਹਨੂੰ ਫਿਰ ਦੱਦੇ ਨੂੰ ਦਲਾਵਾਂ ਲਾ ਦੇਣੇ। ਜਿਵੇਂ ਜਾਪ ਸਾਹਿਬ 'ਚ ਆਪਾਂ ਪੜ੍ਹਦੇ ਸਾਰੇ ਹੀ ਸਰਬਾ ਪਰਨਾਡਾ ਹੈ, ਅਨ ਡੰਡ ਵੱਢ ਹੈ, ਉੱਥੇ ਪਰਨਾਡਾ ਹੈ ਡੱਡਾ ਜਿਹੜਾ ਮਗਰ ਉਹਨੂੰ ਯਈਆ ਲੱਗਾ ਹੋਇਆ ਅੱਗੇ, ਉਹ ਯਈਆ ਚੁੱਕ ਕੇ ਦਲਾਵਾਂ ਰੂਪ ਬਣਾ ਕੇ ਡੱਡੇ ਨੂੰ ਲਾ ਦੇਣੀ। ਸਰਬਾ ਪਰਨਾਡਾ ਹੈ, ਅਨ ਡੰਡ ਵੱਢ ਹੈ। ਸੋ ਇਸ ਤਰ੍ਹਾਂ ਉਹ ਪਾਠ ਕਰਨੇ ਨੇ। ਸੋ ਇੱਥੇ ਦੱਸਦੇ ਦਇਆ ਦਾ ਅਰਥ ਹੈ ਸੰਗਤ ਜੀ ਦਇਆ ਦਾ ਘਰ, ਜਾਂ ਦਇਆ ਦਾ ਅਰਥ ਹੈ ਪ੍ਰੇਰਕ ਪ੍ਰਮਾਤਮਾ। ਸੋ ਮਹਾਰਾਜ ਜੀ ਕਹਿੰਦੇ ਕਿ ਹੇ ਸਾਰਿਆਂ ਦੇ ਪ੍ਰੇਰਕ ਦਇਆ ਦੇ ਘਰ, ਗੁਸਾਈ ਕੀ ਮਾਲਕ ਵਾਹਿਗੁਰੂ, ਮੀਤਲਾ ਕੀ ਮਿੱਤਰ ਸਰੂਪ ਪ੍ਰਮਾਤਮਾ। ਤੂੰ ਸੰਗ ਹਮਾਰਾ ਬਾਸ ਜੀਓ। ਹੇ ਵਾਹਿਗੁਰੂ ਜੀ, ਤੁਸੀਂ ਸਦਾ ਹੀ ਸਾਡੇ ਅੰਗ ਸੰਗ ਹੀ ਵਸਦੇ ਹੋ, ਪਰ ਸਾਡੇ ਅੰਦਰ ਐਸੀ ਵਿਚਾਰ ਆਉਂਦੀ ਨਹੀਂ ਹੈ। ਪਰਮਾਤਮਾ ਦਾ ਸੰਗਤ ਜੀ ਸਦਾ ਅੰਗ ਸੰਗ ਹੈ। ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਭਗਤ ਰਵਿਦਾਸ ਜੀ ਵੀ ਕਹਿੰਦੇ ਐ, ਕਹੋ ਰਵਿਦਾਸ ਹਾਥ ਪੈ ਨੇੜੇ ਸਹਿਜੈ ਹੋਈ ਸੋ ਹੋਈ। ਉਹ ਤਾਂ ਹੱਥਾਂ ਪੈਰਾਂ ਨਾਲੋਂ ਵੀ ਨੇੜੇ ਆਪਣਾ ਆਤਮਾ ਰੂਪ ਕਰਕੇ ਹੈ। ਸੋ ਇਸ ਤਰ੍ਹਾਂ ਨੇੜੇ ਨਾ ਹੀ ਦੂਰ, ਉਹ ਨੇੜੇ ਹੈ। ਨਿਜ ਆਤਮਾ ਰਹਿਆ ਭਰਪੂਰ, ਦੂਰ ਨਹੀਂ ਹੈ, ਉਹ ਤਾਂ ਆਪਣੀ ਆਤਮਾ ਦੇ ਵਿੱਚ ਹੀ ਲਬਾਲਬ ਭਰ ਰਿਹਾ ਹੈ। ਇੱਦਾਂ ਪਰਮ ਪਰਮਾਤਮਾ ਸਾਡੇ ਅੰਗ ਸੰਗ ਹੈ ਸਦਾ ਹੀ। ਸੋ ਉਹ ਪਰਮਾਤਮਾ ਸੱਚੇ ਪਾਤਸ਼ਾਹ ਦੱਸਦੇ ਕਿ ਹੈ ਅੰਗ ਸੰਗ ਹੈ, ਪਰ ਵਾਹਿਗੁਰੂ ਸਾਡੀ ਹਾਲਤ ਕੈਸੀ ਬਣੀ ਪਈ ਹੈ ਕਿ ਅਸੀਂ ਸੰਸਾਰ ਨੂੰ ਦੇਖ ਕਰਕੇ ਇਹਦੇ ਮੋਹ ਮਾਇਆ 'ਚ ਇੰਨੇ ਪਰਚੇ ਪਏ ਐ ਕਿ ਸਾਨੂੰ ਤੇਰਾ ਚੇਤਾ ਹੀ ਕੁਝ ਨਹੀਂ ਰਹਿੰਦਾ। ਆਪ ਕਿਰਪਾ ਕਰੋ ਮਹਾਰਾਜ, ਤੂੰ ਕਿਰਪਾ ਦਾ ਘਰ ਹੈ, ਸਭਨਾ ਦਾ ਮਾਲਕ ਹੈ, ਸਾਡਾ ਮਿੱਤਰ ਰੂਪ ਹੈ। ਮਾਤਾ ਦੇ ਗਰਭ ਵਿੱਚ ਜਿੱਥੇ ਸਾਡੀ ਕੋਈ ਰੱਖਿਆ ਨਹੀਂ ਕਰਨ ਵਾਲਾ ਸੀ, ਉੱਥੇ ਵੀ ਤੂੰ ਸਾਡੀ ਰੱਖਿਆ ਕੀਤੀ ਹੈ। ਤੂੰ ਉੱਥੇ ਵੀ ਸਾਡੇ ਨਾਲ ਵਸਦਾ ਰਿਹਾ ਹੈ ਜੀ। ਕਿਰਪਾ ਕਰੋ ਮਹਾਰਾਜ, ਹੁਣ ਵੀ ਸਾਡੇ ਅੰਗ ਸੰਗ ਹੋ ਕੇ ਬਸੋ, ਸਾਨੂੰ ਨਿਸ਼ਚਾ ਵੱਜ ਜਾਵੇ ਐਸਾ। ਰਹਾਉ ਵਿਸ਼ਰਾਮ ਦੇ ਕੇ ਅੱਗੇ ਕਥਨ ਕਰਦੇ ਹਨ ਸੱਚੇ ਪਾਤਸ਼ਾਹ ਜੀ। ਤੁਝ ਬਿਨ ਘੜੀ ਨਾ ਜੀਵਨਾ। ਏ ਵਾਹਿਗੁਰੂ ਜੀ, ਤੇਰੇ ਤੋਂ ਬਿਨਾਂ ਤਾਂ ਸਾਡਾ ਇੱਕ ਘੜੀ ਵੀ ਜਿਉਣਾ ਨਹੀਂ ਹੁੰਦਾ। ਤ੍ਰਿਗ ਰਹਿਣਾ ਸੰਸਾਰ। ਮਹਾਰਾਜ ਤੇਰੇ ਤੋਂ ਬਿਨਾਂ ਜਿਹੜਾ ਸਾਡਾ ਸੰਸਾਰ ਵਿੱਚ ਰਹਿਣਾ ਹੈ ਉਹ ਤਾਂ ਤ੍ਰਿਗ ਤ੍ਰਿਕਾਰ ਯੋਗ ਹੈ। 100 ਵਾਰੀ ਕਿਸੇ ਨੂੰ ਫਿੱਟੇ ਮੂੰਹ ਕਹੀਏ ਤਾਂ ਇੱਕ ਲਾਹਨਤ ਬਣਦੀ ਹੈ। 100 ਵਾਰ ਕਿਸੇ ਨੂੰ ਲਾਹਨਤ ਸ਼ਬਦ ਕਹਿ ਦਈਏ ਤਾਂ ਇੱਕ ਤ੍ਰਿਗ ਸ਼ਬਦ ਬਣਦਾ ਹੈ। ਸੱਚੇ ਪਾਤਸ਼ਾਹ ਜੀ ਤ੍ਰਿਗ ਸ਼ਬਦ ਵਰਤਦੇ ਹੈ। ਗੁਰਬਾਣੀ ਵਿੱਚ ਬਹੁਤ ਥਾਵਾਂ ਤੇ ਸੱਚੇ ਪਾਤਸ਼ਾਹ ਜੀ ਨੇ ਇਹੀ ਸ਼ਬਦ ਦੀ ਵਰਤੋਂ ਕੀਤੀ ਹੋਈ ਹੈ। ਇਹ ਜਗਿਆਸੂ ਦੀ ਆਪਾਂ ਸਮਝ ਸਕਦੇ ਹਾਂ ਅਵਸਥਾ ਹੈ। ਸਾਡੇ ਮਨ 'ਚ ਤਾਂ ਐਸਾ ਕਦੀ ਖਿਆਲ ਹੀ ਨਹੀਂ ਆਉਂਦਾ ਹੈ ਵੀ ਅਸੀਂ ਵੀ ਇਹ ਗੱਲ ਕਹਿਣੀ ਹੁੰਦੀ ਹੈ ਵੀ ਰੱਬਾ ਤੇਰੇ ਯਾਦ ਤੋਂ ਬਿਨਾਂ ਸਾਡਾ ਜਿਉਣਾ ਧਰਕਾਰ ਹੈ। ਇੱਦਾਂ ਤਾਂ ਆਪਾਂ ਕਦੀ ਕਹਿੰਦੇ ਨਹੀਂ, ਆਪਾਂ ਤਾਂ ਭੁੱਲੇ ਹੀ ਰਹਿੰਦੇ ਹਾਂ ਰੱਬ ਨੂੰ ਸਾਰੀ ਦਿਹਾੜੀ। ਇਹ ਜਿਹੜਾ ਜਗਿਆਸੂ ਹੈ, ਜਿਹਦੇ ਅੰਦਰ ਸੰਗਤ ਜੀ ਰੱਬ ਦੀ ਪ੍ਰੇਮ ਦਾ ਕੋਈ ਤੀਰ ਆ ਕੇ ਵੱਜ ਜਾਂਦਾ ਹੈ, ਜਿਹਦੇ ਅੰਦਰ ਕੋਈ ਥੋੜ੍ਹੀ ਬਹੁਤੀ ਲਾਗ ਲੱਗ ਜਾਂਦੀ ਹੈ ਕਿਸੇ ਗੁਰਮੁਖਾਂ ਦੀ ਸੰਗਤ ਕਰਕੇ, ਫਿਰ ਉਹ ਐਸੀ ਗੱਲ ਕਿਹਾ ਕਰਦੇ ਹੈ ਕਿ ਸੱਚੇ ਪਾਤਸ਼ਾਹ ਤੇਰੇ ਤੋਂ ਬਿਨਾਂ ਹੁਣ ਇੱਕ ਘੜੀ ਅੱਜ ਕੱਲ੍ਹ ਦੇ ਸਮੇਂ ਅਨੁਸਾਰ 24 ਮਿੰਟ ਦੀ ਹੋਇਆ ਕਰਦੀ ਹੈ। 24 ਕੁ ਮਿੰਟ ਦੇ ਵਿੱਚ ਜਿੰਨਾ ਸਮਾਂ ਲੰਘ ਜਾਵੇ ਉਹਨੂੰ ਇੱਕ ਘੜੀ ਦਾ ਸਮਾਂ ਕਹਿ ਦਿੰਦੇ। ਸੋ ਇੱਥੇ 24 ਮਿੰਟ ਤੋਂ ਭਾਵ ਨਹੀਂ, ਇੱਥੇ ਥੋੜ੍ਹੇ ਤੋਂ ਥੋੜ੍ਹਾ ਭਾਵ ਵੀ ਆਪਾਂ ਲੈ ਸਕਦੇ ਹਾਂ। ਸੋ ਇੱਦਾਂ ਤੁਝ ਬਿਨ, ਇਹ ਵਾਹਿਗੁਰੂ ਤੇਰੇ ਤੋਂ ਬਿਨਾਂ ਇੱਕ ਜਿਹੜਾ ਘੜੀ ਹੈ ਉਹ ਵੀ ਨਹੀਂ ਸਾਡੇ ਤੋਂ ਜਿਉਣਾ ਹੁੰਦਾ। ਅਸੀਂ ਤਾਂ ਤੇਰੇ ਤੋਂ ਬਿਨਾਂ ਜਿਹੜਾ ਰਹਿਣਾ ਹੈ ਇਹਨੂੰ ਤਾਂ ਧਰਕਾਰ ਯੋਗ ਹੀ ਸਮਝਦੇ ਹਾਂ ਕਿ ਤੇਰੀ ਯਾਦ ਤੋਂ ਬਿਨਾਂ ਤਾਂ ਸੰਸਾਰ 'ਚ ਰਹਿਣਾ ਧਰਕਾਰ ਯੋਗ ਹੈ। ਨਿਤ ਰਹਿਰਾਸ ਸਾਹਿਬ ਵਿੱਚ ਆਪਾਂ ਅਰਦਾਸਾਂ ਕਰਦੇ ਹਾਂ, ਆਖਾ ਜੀਵਾ ਵਿਸਰੈ ਮਰ ਜਾਓ, ਕਿ ਵਾਹਿਗੁਰੂ ਤੇਰਾ ਨਾਮ ਅਸੀਂ ਆਖਦੇ ਹਾਂ ਤਾਂ ਜਿਉਂਦੇ ਹਾਂ, ਤੇਰੀ ਯਾਦ ਵਿਸਰ ਜਾਵੇ ਤਾਂ ਸਾਡਾ ਮਰਨਾ ਹੋ ਜਾਂਦਾ। ਇਹ ਜਗਿਆਸਾ ਦੀ ਅਵਸਥਾ ਹੈ। ਸੋ ਜਾ ਸੱਚੇ ਪਾਤਸ਼ਾਹ ਜੀ ਅੱਗੇ ਜਾ ਕਰਕੇ ਮਹਾਰਾਜ ਜੀ ਹੋਰ ਵੀ ਉਚਾਰਨ ਕਰਦੇ ਹੈ ਗਾਥਾ ਬਾਣੀ ਵਿੱਚ, ਮਰਣੰ ਬਿਸਰਣੰ ਗੋਬਿੰਦ ਹੈ, ਜੀਵਨੰ ਹਰ ਨਾਮ ਧਿਆਵਨ ਹੈ। ਰੱਬ ਦਾ ਨਾਮ ਧਿਆਉਣਾ ਇਹੀ ਜਗਿਆਸੂਆਂ ਦੀ ਜ਼ਿੰਦਗੀ ਹੈ। ਰੱਬ ਦੀ ਯਾਦ ਵਿਸਰਨੀ, ਉਹਨਾਂ ਦੀ ਅੰਦਰੋਂ ਆਤਮਿਕ ਮੌਤ ਹੋਣ ਲੱਗ ਪੈਂਦੀ ਹੈ। ਸੋ ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਇੱਥੇ ਦੱਸਦੇ, ਮਹਾਰਾਜ ਤੁਹਾਡੇ ਤੋਂ ਬਿਨਾਂ ਸਾਡਾ ਜਿਉਣਾ ਕਾਹਦਾ ਜਿਉਣਾ ਹੈ।
ਤੁਹਾਡੇ ਤੋਂ ਬਿਨਾਂ ਤਾਂ ਇਹ ਧਰਕਾਰ ਹੈ ਇਸ ਸੰਸਾਰ ਵਿੱਚ ਰਹਿਣ ਨੂੰ। ਜੀ ਪ੍ਰਾਣ ਸੁਖ ਦਾਤਿਆ, ਹੇ ਸਾਡੀ ਜ਼ਿੰਦਗੀ ਦੇ ਸੁਖ ਦਾਤਿਆ, ਹੇ ਸਾਡੇ ਪ੍ਰਾਣਾਂ ਦੇ ਸੁੱਖਾਂ ਦੇ ਦਾਤੇ। ਨਿਮਖ ਨਿਮਖ ਬਲਿਹਾਰ ਜੀ, ਹੇ ਵਾਹਿਗੁਰੂ ਜੀ, ਮੈਂ ਨਿਮਖ ਨਿਮਖ ਅੱਖ ਦੇ ਝਮਕੜ ਜਿੰਨਾ ਸਮਾਂ ਇਹਨੂੰ ਨਿਮਖ ਕਹਿ ਲਈਏ, ਇੰਨਾ ਸਮਾਂ ਮੈਂ ਤੁਹਾਡੇ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ ਜੀ। ਤੁਸੀਂ ਸਾਨੂੰ ਜੀ ਜ਼ਿੰਦਗੀ ਦੇਣ ਵਾਲੇ ਹੋ, ਪ੍ਰਾਣ ਸਾਨੂੰ ਸਾਹ ਦੇਣ ਵਾਲੇ ਹੋ। ਸਾਹ ਆਉਂਦੇ ਨੇ ਸੰਗਤ ਜੀ ਸਾਡੇ ਤਾਂ ਸਾਡੀ ਜ਼ਿੰਦਗੀ ਹੈ। ਆਦਮੀ ਆਪਾਂ ਕਹਿੰਦੇ ਆ ਮਨੁੱਖ ਨੂੰ, ਆਦਮੀ ਦਾ ਮਤਲਬ ਕੀ ਹੈ? ਦਮੀ, ਦਮ ਕਹਿੰਦੇ ਸਾਹ ਨੂੰ। ਜਦੋਂ ਸਾਹ ਆ ਰਿਹਾ ਹੈ ਤਾਂ ਕਹਿੰਦੇ ਆਦਮੀ, ਸਾਹ ਨਾ ਆਇਆ ਤਾਂ ਕਹਿੰਦੇ ਆ ਮੁਰਦਾ। ਸੋ ਇਦਾਂ ਪ੍ਰਮਾਤਮਾ ਤੂੰ ਹੀ ਸਾਡੇ ਪ੍ਰਾਣ ਦੇਣ ਵਾਲਾ ਹੈ। ਸਵਾਸ ਜੇ ਆਪਾਂ ਵਿਚਾਰੀਏ ਤਾਂ ਸੰਗਤ ਜੀ ਰੱਬ ਤੋਂ ਬਿਨਾਂ ਸਾਨੂੰ ਸਾਹ ਕੌਣ ਦੇਣ ਵਾਲਾ ਹੈ? ਡਾਕਟਰ ਅੱਜ ਕੱਲ੍ਹ ਦਿੰਦੇ ਨੇ ਬਨੌਟੀ ਸਾਹ, ਉਹ ਦੇਖ ਲਓ ਕਿੰਨੇ ਪੈਸੇ ਲੈ ਲੈਂਦੇ ਐ ਜੇ ਥੋੜ੍ਹਾ ਜਿਹਾ ਵੀ ਕਿਤੇ ਉਹ ਆਕਸੀਜਨ ਦੀ ਲਾ ਦੇਣ। ਪਰੰਤੂ ਉਹ ਵੀ ਸੰਗਤ ਜੀ ਸਾਨੂੰ ਆਉਂਦੀ ਹੋਵੇ, ਅੰਦਰ ਧੜਕਣ ਚੱਲਦੀ ਹੋਵੇ ਤਾਂ ਹੀ ਬਾਹਰਲਾ ਸਾਹ ਦਿੱਤਾ ਹੋਇਆ ਸਾਨੂੰ ਸਾਹ ਆਉਂਦਾ ਹੈ। ਜੇ ਅੰਦਰੋਂ ਸਾਡੇ ਸਾਹ ਅੰਦਰਲੇ ਹੀ ਖਤਮ ਕਰਦੇ ਵਾਹਿਗੁਰੂ, ਕਿੱਥੋਂ ਆਪਾਂ ਲੈ ਲਵਾਂਗੇ ਸਾਹ? ਮੁੱਲ ਵੀ ਨਹੀਂ ਕਿਤੇੋਂ ਮਿਲਦੇ ਇਹ ਤਾਂ, ਵੀ ਕਿਤੇ ਦੁਕਾਨ ਤੇ ਸਾਰੀ ਪੂੰਜੀ ਦੇ ਕੇ ਲੈ ਲਵਾਂਗੇ ਸਾਹ। ਨਹੀਂ, ਮੰਨਣਾ ਪੈਣਾ ਹੈ ਸਾਹ ਵਾਹਿਗੁਰੂ ਦੇ ਦਿੱਤੇ ਹੋਏ। ਜੇ ਕਿਤੇ ਮੁੱਲ ਮਿਲਦੇ ਫਿਰ ਤਾਂ ਦੁਨੀਆ 'ਚ ਅਮੀਰ ਬੰਦੇ ਮਰਦੇ ਹੀ ਨਾ ਕਦੀ। ਜਿਹੜੇ ਜਿੰਨੇ ਅਮੀਰ ਬੰਦੇ ਐ ਉਹ ਤਾਂ ਫਿਰ ਆਪਣੀ ਮਾਇਆ ਖਰਚ ਕੇ ਸਾਹ ਮੁੱਲ ਲੈ ਲਿਆ ਕਰਨ, ਪਰ ਇਹ ਮੁੱਲ ਨਹੀਂ ਮਿਲਦੇ ਹਨ ਸਾਹ ਕਿਤੇੋਂ। ਸੋ ਇਸ ਪ੍ਰਕਾਰ ਜੀ ਸਾਡੀ ਜ਼ਿੰਦਗੀ, ਪ੍ਰਾਣ ਸਵਾਸ ਸਾਨੂੰ ਦੇਣ ਵਾਲੇ, ਸੁੱਖਾਂ ਸੁੱਖ ਦੇਣ ਵਾਲੇ ਵਾਹਿਗੁਰੂ ਜੀ, ਅਸੀਂ ਤੁਹਾਡੇ ਤੋਂ ਨਿਮਖ ਨਿਮਖ ਕਾਲ ਵਿੱਚ ਬਲਿਹਾਰ ਜਾਂਦੇ ਹਾਂ। ਹਸਤ ਅਲੰਬਨ ਦੇਹੁ ਪ੍ਰਭ, ਇਹ ਮੇਰੇ ਵਾਹਿਗੁਰੂ ਜੀ ਕਿਰਪਾ ਕਰੋ, ਆਪਣੇ ਕਿਰਪਾ ਰੂਪੀ ਹੱਥਾਂ ਦੇ ਸਾਨੂੰ ਅਲੰਬਣ ਕੀ ਆਸਰਾ ਦੇਣਾ ਕਰੋ। ਗਰਤਹ ਉਦਰ ਗੋਪਾਲ, ਗਰੀਬ ਗਊ ਗਰੀਬ ਨੂੰ ਪਾਲਣ ਵਾਲੇ ਵਾਹਿਗੁਰੂ ਜੀ, ਪ੍ਰਮਾਤਮਾ ਜੀ ਕਿਰਪਾ ਕਰੋ ਸਾਨੂੰ ਗਰਤੋਂ ਨਾਮ ਹੈ ਸੰਗਤ ਜੀ ਟੋਏ ਦਾ। ਟੋਇਆ ਕਿਹੜਾ? ਸੰਸਾਰ ਇੱਕ ਟੋਏ ਦੇ ਵਾਂਗ ਹੀ ਹੈ। ਅੰਨਾ ਖੂਹ ਜਿਹਨੂੰ ਕਹਿ ਲਓ, ਇੱਕ ਖੂਹ ਹੁੰਦਾ, ਇੱਕ ਅੰਨਾ ਖੂਹ ਹੁੰਦਾ ਹੈ। ਅੰਨਾ ਖੂਹ ਨੂੰ ਕਹਿ ਦਿੱਤਾ ਜਾਂਦਾ ਹੈ ਜਿਹਦੀ ਮੌਣ ਕੋਈ ਨਹੀਂ ਹੁੰਦੀ, ਚਾਰੇ ਪਾਸੇ ਝਾੜੀਆਂ ਜੀਆਂ ਹੁੰਦੀਆਂ ਨੇ, ਵਿੱਚ ਪਾਣੀ ਵੀ ਥੋੜ੍ਹਾ ਬਹੁਤਾ ਹੁੰਦਾ, ਘਾਰੀ ਲੱਗੀ ਹੁੰਦੀ ਹੈ। ਸੋ ਉਹਨੂੰ ਅੰਨਾ ਖੂਹ ਕਹਿੰਦੇ, ਦਿਸਦਾ ਨਹੀਂ ਹੈ ਉਹ, ਪਰ ਉਹ ਹੁੰਦਾ ਥੱਲੇ ਟੋਆ ਹੀ ਉਹਦੇ ਵਿੱਚ। ਇੱਦਾਂ ਇਹ ਸੰਸਾਰ ਅੰਨਾ ਖੂਹ ਹੀ ਹੈ, ਪਤਾ ਕੁਝ ਨਹੀਂ ਲੱਗਦਾ ਇਹਦਾ ਕਿਨਾਰਾ ਕਿੱਥੇ ਗਿਆ। ਇਹਦੇ ਵਿੱਚ ਡਿੱਗ ਕੇ ਆਪਾਂ ਹੇਠਾਂ ਨੂੰ ਤੁਰੀ ਜਾਂਦੇ ਹਾਂ। ਸੰਸਾਰ ਰੂਪੀ ਅੰਨੇ ਖੂਹ ਤੋਂ ਮਹਾਰਾਜ ਕਿਰਪਾ ਕਰਕੇ ਆਪਣੇ ਹੱਥਾਂ ਦਾ ਆਸਰਾ ਦੇ ਕੇ ਸਾਨੂੰ ਕੱਢ ਲਓ, ਜਾਂ ਇਸੇ ਤਰ੍ਹਾਂ ਪਰਿਵਾਰ ਰੂਪੀ ਅੰਨੇ ਖੂਹ ਚੋਂ ਕੱਢ ਲਓ, ਜਾਂ ਮੋਹ ਰੂਪੀ ਜਾਂ ਅਗਿਆਨ ਵੀ ਅੰਨੇ ਖੂਹ ਦੇ ਵਾਂਗ ਹੀ ਹੈ। ਮਹਾਰਾਜ ਕਿਰਪਾ ਕਰਕੇ ਇਸ ਅਗਿਆਨ ਰੂਪੀ ਅੰਨੇ ਖੂਹ ਦੇ ਵਿੱਚੋਂ ਸਾਨੂੰ ਕੱਢ ਲਓ, ਬਚਾ ਲਓ। ਮੋਹ ਨਿਰਗੁਣ ਮਤ ਥੋਰੀਆ, ਇਹ ਸੱਚੇ ਪਾਤਸ਼ਾਹ ਮੇਰੇ ਵਿੱਚ ਤਾਂ ਔਗਣ ਹੀ ਔਗਣ ਹੈ, ਮੈਂ ਤਾਂ ਨਿਰਗੁਣ ਹਾਂ। ਕੋਈ ਸਤ ਸੰਤੋਖ ਦਇਆ ਧਰਮ ਵਿਚਾਰ ਇਤਿਆਦਿਕ ਗੁਣ ਮੇਰੇ ਪੱਲੇ ਕੋਈ ਨਹੀਂ ਹੈ। ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਓ ਪ੍ਰੀਤ ਲਗਾਈ। ਇੱਕ ਉਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਣਾਈ। ਇਹ ਸੱਚੇ ਪਾਤਸ਼ਾਹ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵ, ਡੁੱਬਦੇ ਪੱਥਰ ਤਾਰੇ। ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ ਪਾਪੀ ਵੱਡ ਗੁਣ ਹੈਗਾਰ। ਮਹਾਰਾਜ ਸੱਚੇ ਪਾਤਸ਼ਾਹ ਮੈਂ ਤਾਂ ਗੁਣਾਂ ਤੋਂ ਹੀਣਾ ਹਾਂ, ਕੋਈ ਚੰਗਾ ਗੁਣ ਨਹੀਂ ਹੈ ਪੱਲੇ। ਮੱਤ ਥੋੜੀ ਆ ਮੇਰੀ ਮੱਤ ਵੀ ਬੜੀ ਥੋੜੀ ਹੈ। ਆਤਮ ਵਿਸ਼ੈਣੀ ਮੱਤ ਨਹੀਂ ਹੈ, ਵਿਸ਼ੇ ਵਿਸ਼ੈਣੀ ਮੱਤ ਹੋਈ ਪਈ ਹੈ ਮੇਰੀ। ਤੂੰ ਸਦ ਹੀ ਦੀਨ ਦਇਆਲ, ਪਰ ਵਾਹਿਗੁਰੂ ਤੂੰ ਵੀ ਤਾਂ ਸਦਾ ਹੀ ਦੀਨ ਨਿਮਾਣਿਆਂ ਤੇ ਦਿਆਲੂ ਹੋਣ ਵਾਲਾ ਹੈ, ਗਰੀਬਾਂ ਤੇ ਮਿਹਰਬਾਨੀ ਕਰਦਾ ਹੈ। ਇਸ ਕਰਕੇ ਮਿਹਰ ਕਰੀ ਸੱਚੇ ਪਾਤਸ਼ਾਹ, ਮੇਰੇ ਜਿੰਨੇ ਵੀ ਗੁਨਾਹ ਆਪ ਕਿਰਪਾ ਕਰਕੇ ਬਖਸ਼ ਨਹੀਂ। ਮਹਾਰਾਜ ਮੇਰੇ ਕਾਗਜ਼ ਨਾ ਕਿਤੇ ਖੋਲ ਕੇ ਬਹਿ ਜੀ ਕਰਮਾਂ ਦੇ, ਕਾਗਜ਼ ਲੇਖਾ ਜਾਓ ਕਰੋ ਕਹਾਂ ਪੁਜਾਵੋ ਨਾਥ। ਔਗਣ ਮੇਰੇ ਬਖਸ਼ੀਏ ਮਾਥੇ ਧਰੀਏ ਹਾਥ। ਮਹਾਰਾਜ ਜੇ ਮੇਰੇ ਕਾਗਜ਼ ਪੱਤਰ ਕਰਮਾਂ ਦੇ ਖੋਲ ਕੇ ਬਹਿ ਗਏ ਤਾਂ ਕਿੱਥੇ ਮੇਰਾ ਪਾਰ ਉਤਾਰਾ ਹੋ ਜੂ। ਆਪ ਆਪਣੀ ਮਿਹਰ ਕਰ ਦਿਓ ਸੱਚੇ ਪਾਤਸ਼ਾਹ ਜੀ, ਆਪਣਾ ਬਿਰਦ ਪਛਾਣਦਿਆਂ ਹੋਇਆਂ ਆਪਣੀ ਮਿਹਰ ਕਰਕੇ ਤੇ ਮੈਨੂੰ ਬਖਸ਼ੀ ਲੈਣਾ ਕਰੋ। ਕਿਆ ਸੁਖ ਤੇਰੇ ਸੰਮਲਾ, ਇਹ ਸੱਚੇ ਪਾਤਸ਼ਾਹ ਜੀ ਮੈਂ ਤੇਰੇ ਕਿਹੜੇ ਕਿਹੜੇ ਸੁੱਖਾਂ ਨੂੰ ਚੇਤੇ ਕਰਾਂ, ਕਿੰਨੇ ਕੁ ਮੈਨੂੰ ਸੁੱਖ ਦਿੱਤੇ ਹੋਏ ਨੇ ਤੂੰ ਸੰਸਾਰ ਦੇ ਅੰਦਰ। ਕਵਨ ਵਿਧੀ ਵਿਚਾਰ, ਮਹਾਰਾਜ ਕਿਹੜੇ ਵਿਧੀ ਕਿਹੜੇ ਤਰੀਕੇ ਦੇ ਨਾਲ ਮੈਂ ਵਿਚਾਰ ਕਰਕੇ ਦੱਸਾਂ ਦੁਨੀਆ ਨੂੰ, ਜਾਂ ਆਪ ਜੀ ਦੇ ਤਾਂ ਹੀ ਕਹਿਣਾ ਕਰਾਂ ਕਿ ਮੈਨੂੰ ਕਿਹੜਾ ਸੁੱਖ ਦਿੱਤਾ। ਸੋ ਆਪਾਂ ਦੇਖੀਏ ਸੰਗਤ ਦੀ ਸੰਸਾਰ ਅੰਦਰ
ਜਨਮ ਲਿਆ ਹੈ, ਸਾਡੀ ਮਰਜ਼ੀ ਦਾ ਨਹੀਂ ਅਸੀਂ ਜੰਮ ਕੇ ਆਈਏ ਸੰਸਾਰ ਵਿੱਚ, ਨਾ ਸਾਡਾ ਹੁਣ ਇੱਛਾ ਕਿ ਸੰਸਾਰ ਤੋਂ ਮਰ ਕੇ ਚੱਲੀਏ। ਸੰਸਾਰ ਦੇ ਵਿੱਚ ਜਨਮ ਲਿਆ, ਜਨਮ ਲੈਣ ਤੋਂ ਪਹਿਲਾਂ ਮਾਤਾ ਦੇ ਉਦਰ ਵਿੱਚ ਪੁੱਠੇ ਲਟਕਦੇ ਸਾਂ, ਜਿੱਥੇ ਮਾਤਾ ਦੇ ਖਾਧੇ ਹੋਏ ਰੋੜ ਵੀ ਕਹਿੰਦੇ ਹਜਮ ਹੋ ਜਾਂਦੇ ਨੇ। ਉੱਥੇ ਵੇਖੋ ਕਿਵੇਂ ਪ੍ਰਮਾਤਮਾ ਪਰਾ ਬਾਣੀ ਦੁਆਰਾ ਰੱਖਿਆ ਕਰਦਾ ਹੈ ਸਾਡੀ। ਉੱਥੇ ਪ੍ਰਮਾਤਮਾ ਨੇ ਸਾਨੂੰ ਸੁੱਖ ਦਿੱਤਾ ਹੋਇਆ, ਉਹ ਨਿੱਕੀ ਜਿਹੀ ਝਿੱਲੀ ਦੇ ਕਰਕੇ ਸਾਡੇ ਆਲੇ ਦੁਆਲੇ ਸਰੀਰ ਤੇ ਇੰਨਾ ਕੋਮਲ ਸਰੀਰ ਹੁੰਦਾ ਹੈ, ਫਿਰ ਵੀ ਉੱਥੇ ਕਹਿੰਦੇ ਪੇਟ ਵਿੱਚ ਬਚਾ ਕੇ ਰੱਖਿਆ। ਜਨਮ ਲਿਆ ਅਸੀਂ ਸੰਸਾਰ ਵਿੱਚ ਆਏ, ਆਉਂਦਿਆਂ ਨੂੰ ਸਾਨੂੰ ਕਹਿੰਦੇ ਦੁੱਧ ਪ੍ਰਾਪਤ ਹੋ ਗਿਆ ਹੈ। ਸੋ ਮਾਤਾ ਦਾ ਦੁੱਧ ਪ੍ਰਾਪਤ ਹੋਇਆ, ਜਿਉਂ-ਜਿਉਂ ਵੱਡੇ ਹੋਏ ਆ ਸੁੱਖ ਸਾਨੂੰ ਮਿਲਦੇ ਗਏ। ਕਿੰਨੇ ਸੁੱਖ ਹੈ, ਘਰ ਰਹਿ ਰਹੇ ਹਾਂ, ਘਰ-ਬਾਰ ਹੈਗਾ ਹੈ, ਤੇ ਇਸੇ ਤਰ੍ਹਾਂ ਸਰੀਰ ਦੇ ਕੱਪੜੇ ਪਹਿਨੇ ਹੋਏ ਨੇ, ਰੋਟੀ ਪਾਣੀ ਖਾ ਰਹੇ, ਇਹ ਸੁੱਖ ਹੈਗਾ। ਜੇ ਕੋ ਆਖੇ ਨਹੀਂ ਸਾਡੇ ਕੋਲ ਘਰ ਕੋਈ ਨਹੀਂ ਹੈ, ਸਾਡੇ ਕੋਲ ਰੋਟੀ ਪਾਣੀ ਕੋਈ ਨਹੀਂ ਹੈ, ਸਾਨੂੰ ਤਾਂ ਰੱਬ ਨੇ ਕੋਈ ਸੁੱਖ ਨਹੀਂ ਦਿੱਤਾ ਹੈ, ਐਵੇਂ ਕਈ ਗੱਲਾਂ ਕਰਦੇ ਐ। ਹੁਣ ਪੁੱਛੋ ਉਹਨਾਂ ਨੂੰ ਕਿ ਭਾਈ ਜੋ ਤੈਨੂੰ ਅੱਖਾਂ ਦਿੱਤੀਆਂ ਹੋਈਆਂ ਨੇ, ਇਹ ਅੱਖਾਂ ਵੇਖਸਾਂ ਭਲਾ ਕਿੰਨੇ ਕੁ ਦੀਆਂ ਨੇ? ਤੂੰ ਐਂ ਕਰ ਵੀ ਸਾਡੇ ਕੋਲੋਂ ਇੰਨੇ ਪੈਸੇ ਲੈ ਲੈ ਤੇ ਸਾਨੂੰ ਅੱਖਾਂ ਦੇ ਦੇ, ਕੋਈ 1000 ਰੁਪਈਆ ਲੈ ਸਾਡੇ ਕੋਲੋਂ ਅੱਖਾਂ ਦੇ ਦੇ ਆਪਣੀਆਂ। ਉਹ ਬੰਦਾ ਕੀ ਆਖੇਗਾ ਅੱਗੋਂ ਵੀ ਅੱਖਾਂ ਤੋਂ ਬਿਨਾਂ ਮੈਂ ਕਿਵੇਂ ਦੇਖਾਂ? ਪਹਿਲੇ ਪਾਤਸ਼ਾਹ ਜੀ ਦੀ ਸਾਖੀ ਵੀ ਕਿਸ ਤਰ੍ਹਾਂ ਦੀ ਆਉਂਦੀ ਹੈ। ਸੋ ਇਸੇ ਤਰ੍ਹਾਂ ਫਿਰ ਸਾਨੂੰ ਹੱਥ ਦਿੱਤੇ ਹੈ, ਪੈਰ ਦਿੱਤੇ ਹੈ, ਆਹ ਸਰੀਰ ਤੇ ਚਮੜੀ ਦਿੱਤੀ। ਜੇ ਚਮੜੀ ਨਾ ਸਾਡੇ ਸਰੀਰ ਤੇ ਹੋਵੇ ਫਿਰ ਤਾਂ ਕਾਵਾਂ ਇਲਾਂ ਨੇ ਫੜ ਕੇ ਚੁੰਝਾਂ ਮਾਰ ਮਾਰ ਕੇ ਖਾ ਜਾਣਾ ਸੀ। ਸੋ ਇਸ ਤਰ੍ਹਾਂ ਐਡਾ ਸੋਹਣਾ ਸਰੀਰ ਸਾਨੂੰ ਦਿੱਤਾ, ਇਹ ਸੌਖੀ ਤਾਂ ਹੈ ਸਾਨੂੰ। ਹਸਪਤਾਲਾਂ 'ਚ ਜਾ ਕੇ ਦੇਖੋ, ਪਿੰਗਲਵਾੜਿਆਂ 'ਚ ਜਾ ਕੇ ਦੇਖੋ, ਕਈਆਂ ਦੇ ਹੱਥ ਨਹੀਂ, ਪੈਰ ਨਹੀਂ, ਕਿਸੇ ਦੀ ਜ਼ਬਾਨ ਨਹੀਂ ਹੈ, ਕਿਸੇ ਦਾ ਮੂੰਹ ਵਿੰਗਾ ਹੋਇਆ ਪਿਆ ਹੈ, ਕਿਸੇ ਦੀ ਚਮੜੀ ਨਹੀਂ ਉੱਤੇ ਹੈ, ਸਰੀਰ ਉੱਤੇ ਕੋੜ ਪਿਆ ਹੋਇਆ ਹੈ। ਉਹਨਾਂ ਵੱਲ ਝਾਤੀ ਮਾਰ ਕੇ ਦੇਖੋ ਹਾਂ ਭਲਾ, ਉਹ ਫਿਰ ਵੀ ਵਿਚਾਰੇ ਜ਼ਿੰਦਗੀ ਕੱਟ ਰਹੇ ਨੇ। ਆਪਾਂ ਨੂੰ ਸਾਰਾ ਕੁਝ ਦਿੱਤਾ ਹੋਇਆ, ਸਾਡੇ ਹੱਥ ਸਹੀ, ਪੈਰ ਸਹੀ ਸਲਾਮਤ ਹੈ, ਸਾਰਾ ਕੁਝ ਠੀਕ ਠਾਕ ਹੈ, ਫਿਰ ਇਹਨੂੰ ਵੱਡੀ ਹੋਰ ਕੀ ਚੀਜ਼ ਆਪਾਂ ਭਾਲਦੇ ਹਾਂ। ਸੋ ਇੱਦਾਂ ਇਹ ਕਿੰਨੇ ਸੁੱਖ ਹੈ ਪ੍ਰਮਾਤਮਾ ਨੇ ਸਾਨੂੰ ਦਿੱਤੇ ਹੋਏ। ਅੱਖਾਂ ਸਾਡੇ ਕੋਲ, ਦੰਦ ਸਹੀ ਸਲਾਮਤ, ਸਾਹ ਲੈ ਰਹੇ ਹਾਂ, ਸਰੀਰ ਤੰਦਰੁਸਤ ਹੈ, ਵਧੀਆ ਰਹਿਣ ਸਹਿਣ ਹੈ ਸਾਡਾ, ਫਿਰ ਹੋਰ ਕੀ ਸੁੱਖ ਭਾਲਦੇ ਹਾਂ ਆਪਾਂ? ਮਾਰੇ ਕਹਿੰਦੇ ਕਿਹੜੇ ਕਿਹੜੇ ਸੁੱਖ ਸੱਚੇ ਪਾਤਸ਼ਾਹ ਤੇਰੇ ਚੇਤੇ ਕਰੀਏ, ਕਿਹੜੀਆਂ ਵਿਧੀਆਂ ਨੇ ਜਿਹਦਾ ਵਿਚਾਰ ਕਰਕੇ ਦੱਸਣਾ ਕਰੀਏ ਅਸੀਂ ਤੁਹਾਨੂੰ। ਸਰਣ ਸਮਾਈ ਦਾਸ ਹਿਤ। ਇਹ ਸੱਚੇ ਪਾਤਸ਼ਾਹ ਤੂੰ ਤਾਂ ਜਿਹੜਾ ਤੇਰੇ ਸ਼ਰਨ ਵਿੱਚ ਆ ਜਾਂਦਾ ਉਹਨੂੰ ਸਮਾਈ ਕਰਾ ਲੈਣਾ ਹੈ, ਉਹਨੂੰ ਆਪਣੇ ਨਾਲ ਹੀ ਸਮਾ ਲੈਣਾ, ਭੇਦ ਕਰਵਾ ਲੈਣਾ ਹੈ। ਜਿਹੜੇ ਤੇਰੇ ਦਾਸ ਬਣਦੇ ਉਹਨਾਂ ਦਾਸਾਂ ਦਾ ਹਿਤ, ਉਹਨਾਂ ਦਾ ਹਿਤ ਕਰਦਾ, ਭਲਾ ਕਰਦਾ, ਜਾਂ ਤੂੰ ਆਪਣੇ ਦਾਸਾਂ ਦਾ ਹਿਤੂ ਕਹੀਏ ਪ੍ਰੇਮੀ ਹੈ, ਪਿਆਰ ਕਰਨ ਵਾਲਾ ਹੈ। ਉੱਚੇ ਅਗਮ ਅਪਾਰ। ਇਹ ਸੱਚੇ ਪਾਤਸ਼ਾਹ ਤੂੰ ਉੱਚਾ ਹੈ, ਸਾਰਿਆਂ ਨਾਲੋਂ ਹੀ ਉੱਚਾ ਹੈ। ਉੱਚੇ ਜਿਹੜੇ ਸੰਗਤ ਜੀ ਸੰਸਾਰ ਵਿੱਚ ਵੱਡੇ ਵੱਡੇ ਦੇਵਤੇ ਮੰਨੇ ਹੋਏ ਹੈ, ਇਹ ਵਾਹਿਗੁਰੂ ਤੂੰ ਉਹਨਾਂ ਨਾਲੋਂ ਵੀ ਉੱਚਾ ਹੈ। ਤ੍ਰੈ ਕਾਲ ਆਬਾਦ ਹੋਣੇ ਕਰਕੇ ਸਭ ਤੋਂ ਉੱਚਾ ਹੈ, ਕਿਉਂਕਿ ਤੂੰ ਤਿੰਨਾਂ ਕਾਲਾਂ 'ਚ ਨਾਸ਼ ਨਹੀਂ ਹੋਣ ਵਾਲਾ ਹੈ। ਬਾਕੀ ਜਿੰਨੇ ਦਿਸਣ ਵਾਲਾ ਪਸਾਰਾ ਹੈ ਇਹ ਸਾਰਾ ਨਾਸ਼ਵਾਨ ਹੈ, ਇਸ ਕਰਕੇ ਇਹ ਨੀਵਾਂ ਰਹਿ ਜਾਂਦਾ। ਤੂੰ ਇਹਨਾਂ ਸਾਰਿਆਂ ਤੋਂ ਉੱਚਾ ਹੈ। ਅਗਮ ਮਨ ਦੀ ਗਮਤਾ ਤੋਂ ਰਹਿਤ ਹੈ, ਜਾਂ ਅਗਮ ਗਮ ਨਾਮ ਹੈ ਸੋਚਾਂ ਦਾ, ਫਿਕਰਾਂ ਦਾ। ਅਸੀਂ ਗਮਾਂ 'ਚ ਹੀ ਸਾਰੀ ਜ਼ਿੰਦਗੀ ਲੰਘਾ ਜਾਂਦੇ ਹਾਂ। ਪਰਮਾਤਮਾ ਤੂੰ ਗਮਾਂ ਤੋਂ ਰਹਿਤ ਹੈ, ਜਾਂ ਗਮ ਅਰਥ ਹੁੰਦਾ ਗਮਤਾ ਦਾ ਜਾਣਾ। ਪਰਮਾਤਮਾ ਤੂੰ ਮਨ ਦੀ ਗਮਤਾ ਤੋਂ ਵੀ ਪਰੇ ਹੈ। ਮਨ ਬੜਾ ਸਾਡਾ ਤੇਜ਼ ਹੈ, ਹੁਣੇ ਇੱਥੇ ਬੈਠੇ ਆ, ਹੁਣੇ ਸੰਗਤ ਜੀ ਵਿਦੇਸ਼ਾਂ ਚਲਿਆ ਜਾਂਦਾ ਸਾਡਾ ਮਨ। ਸੋ ਮਹਾਰਾਜ ਤੂੰ ਮਨ ਦੀ ਗਮਤਾ ਤੋਂ ਵੀ ਪਰੇ ਹੈ, ਅਪਾਰ ਪਾਰਾਵਾਰ ਤੋਂ ਰਹਿਤ ਹੈ। ਕਿਸੇ ਤਰ੍ਹਾਂ ਵੀ ਕਰਕੇ ਤੇਰਾ ਪਾਰ ਉਰਾਰ ਨਹੀਂ ਪਾਇਆ ਜਾ ਸਕਦਾ। ਸਗਲ ਪਦਾਰਥ ਅਸ਼ਟ ਸਿੱਧ। ਇਹ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਸਗਲ ਪਦਾਰਥ ਸਾਰੇ ਜਿੰਨੇ ਵੀ ਧਰਮ, ਅਰਥ, ਕਾਮ, ਮੋਖ ਇਹ ਪਦਾਰਥ ਮੰਨੇ ਹੋਏ ਹੈ। ਅਸ਼ਟ ਸਿੱਧ, ਅਸ਼ਟ 8 ਜਿਹੜੀਆਂ ਸਿੱਧੀਆਂ ਮੰਨੀਆਂ ਹੋਈਆਂ ਅਲੌਕਿਕ ਸ਼ਕਤੀਆਂ। ਜੋਗੀ ਜਨ ਜਿਹੜੇ ਹੈ ਉਹ ਤਾਂ ਯੋਗ ਸਾਧਨਾ ਕਰਕੇ ਸਿੱਧੀਆਂ ਪ੍ਰਾਪਤ ਕਰਦੇ ਹੈ, ਜਿਨ੍ਹਾਂ ਦੀ ਕੁੱਲ ਸੰਗਤ ਜੀ 18 ਗਿਣਤੀ ਮੰਨੀ ਗਈ ਹੈ। ਮਹਾਰਾਜ ਬਾਣੀ ਆਪਾਂ ਪੜ੍ਹਦੇ ਹਾਂ, ਮਹਾਰਾਜ ਕਹਿੰਦੇ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦੇ ਸਦਾ ਵਿਸਾਏ। ਇਹਦਾ 18 ਗਿਣਤੀ ਹੈ, ਪਰ ਇੱਥੇ ਸੱਚੇ ਪਾਤਸ਼ਾਹ ਜੀ 8 ਕਹਿ ਰਹੇ, 8 ਸਿੱਧ। ਇਹਦਾ ਮਤਲਬ ਹੈ ਦਾਨੇ ਦੱਸਦੇ ਆ ਵੀ 8 ਮੁੱਖ ਮੰਨੀਆਂ ਨੇ ਤੇ 10 ਗੌਣ ਮੰਨੀਆਂ ਹੋਈਆਂ ਨੇ। ਉਹਨਾਂ ਵਿੱਚੋਂ 8 ਜਿਹੜੀਆਂ ਜਿਵੇਂ ਇਸੇ ਤਰ੍ਹਾਂ ਅਣਮਾ, ਮਹਿਮਾ, ਲਗਮਾ, ਗਰਮਾ, ਪਰਾਕਰਮ, ਪ੍ਰਾਪਤ, ਈਸ਼ਤਾ, ਵਸ਼ਤਾ, ਇਹ 8 ਪ੍ਰਕਾਰ ਦੀਆਂ ਸ਼ਕਤੀਆਂ ਮੁੱਖ ਮੰਨੀਆਂ ਹੋਈਆਂ। ਇਹਨਾਂ ਨੂੰ ਅਲੌਕਿਕ ਸ਼ਕਤੀਆਂ ਨੇ, ਇਹ ਸਿੱਧੀਆਂ 8 ਮੰਨੀਆਂ। ਤੇ 4 ਪਦਾਰਥ ਧਰਮ, ਅਰਥ, ਕਾਮ ਮੁੱਖ ਮੰਨੇ ਹੋਏ ਹੈ। ਇਹ ਜਿੰਨੇ ਵੀ ਚਾਰੇ ਪਦਾਰਥ ਜਾਂ 8 ਸਿੱਧੀਆਂ ਮੁੱਖ ਹਨ। ਨਾਮ ਮਹਾਰਸ ਮਾਹੇ। ਇਹ ਸੱਚੇ ਪਾਤਸ਼ਾਹ ਜੀ, ਜੋ ਆਪ ਜੀ ਦਾ ਮਹਾਰਸ ਦੇਣ ਵਾਲਾ ਨਾਮ ਹੈ, ਉਸ ਨਾਮ ਦੇ ਵਿੱਚ ਹੀ ਸਾਰੇ ਪਦਾਰਥ ਹੈ। ਨਾਮ ਦੇ ਵਿੱਚੋਂ ਹੀ ਸਾਰੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਨੇ। ਜਾਂ ਇਸੇ ਤਰ੍ਹਾਂ ਸੰਗਤ ਜੀ 4 ਪਦਾਰਥ ਕਿਹੜੇ ਹੈ? 4 ਪ੍ਰਕਾਰ ਦੀਆਂ ਮੁਕਤੀਆਂ ਮੰਨੀਆਂ ਹੋਈਆਂ।
ਅਸ਼ਟ 8 ਸਿੱਧ ਹੋਣ ਵਾਲੀਆਂ ਚੀਜ਼ਾਂ ਕਿਹੜੀਆਂ ਨੇ? ਇਹ ਉਹ ਹੈ ਇਸੇ ਤਰ੍ਹਾਂ ਵਿਰਾਗ, ਵਿਵੇਕ, ਹਠ ਸੰਪਤੀ, ਮੋਖ, ਇੱਛਾ, ਚਾਰ ਇਹ ਹੋ ਗਏ। ਸਰਵਣ, ਮੰਨਣ, ਨਿਧਿਆਸਨ ਤੇ ਤਤਵੰ ਪਾਦਾ ਸੰਸ਼ੋਧਨ, ਇਹ ਚਾਰ ਹੋ ਗਏ। ਇੱਦਾਂ 8 ਇਹ ਵੀ ਸਿੱਧੀਆਂ ਮੰਨੀਆਂ ਹੋਈਆਂ। ਜਾਂ ਸਿੱਧ ਦਾ ਅਰਥ ਹੁੰਦਾ ਪ੍ਰਾਪਤ ਰੂਪ, ਅਸਤ ਦਾ ਅਰਥ ਹੈ 8 ਧਾਤਾਂ ਤੋਂ ਜਿਹੜਾ ਸਾਡਾ ਬਣਿਆ ਹੋਇਆ ਇਹ ਸਰੀਰ ਹੈ। ਇਸ ਸਰੀਰ ਦੇ ਅੰਦਰ ਜਿਹੜਾ ਸਿੱਧ ਕੀ ਪ੍ਰਾਪਤ ਰੂਪ ਪਰਮਾਤਮਾ ਹੈ, ਉਹ ਨਾਮ ਮਹਾਰਸ ਮਾਹੇ, ਜੋ ਪਰਮਾਤਮਾ ਦਾ ਨਾਮ ਰੂਪੀ ਰਸ ਹੈ, ਮਹਾਰਸ ਦੇਣ ਵਾਲਾ, ਉਹਦੇ ਵਿੱਚ ਹੀ ਮਿਲਿਆ ਹੋਇਆ ਹੈ ਪਰਮਾਤਮਾ। ਨਾਮ ਰਾਹੀਂ ਹੀ ਉਹਦੀ ਪ੍ਰਾਪਤੀ ਹੁੰਦੀ ਹੈ। ਸੋ ਪ੍ਰਸੰਨ ਭਏ ਕੇਸਵਾ। ਇਹ ਭਾਈ ਜਿਹਦੇ ਉੱਤੇ ਉਹ ਕੇਸਵਾ ਕਹੀਏ, ਕੇਸਵਾ ਨਾਮ ਹੈ ਪਰਮਾਤਮਾ ਦਾ, ਕੇਸਾਂ ਵਾਲਾ ਹੈ ਪਰਮਾਤਮਾ, ਕੋਈ ਰੋਡਾ ਪੋਡਾ ਨਹੀਂ ਹੈ। ਕੇਸਵਾ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਕਿਉਂ ਕੇਸਾਂ ਵਾਲਾ ਹੈ। ਜਾਂ ਕੇ ਨਾਮ ਹੁੰਦਾ ਜਲ ਦਾ, ਸਵਾ ਨਾਮ ਹੈ ਬਰਾਜਨ ਦਾ, ਜੋ ਜਲ ਆਦਿਕ ਪਾਣੀ ਦੇ ਵਿੱਚ ਬਰਾਜ ਰਿਹਾ ਹੈ। ਸੋ ਇਸ ਤਰ੍ਹਾਂ ਉਹ ਜਿਹੜਾ ਹੈ ਕੇਸਵਾ ਪਰਮਾਤਮਾ, ਜਿਹਦੇ ਉੱਤੇ ਸੋ ਪ੍ਰਸੰਨ ਕਹੀਏ ਭਲੀ ਪ੍ਰਕਾਰ ਖੁਸ਼ ਹੋ ਜਾਵੇ। ਸੇ ਜਨ ਹਰ ਗੁਣ ਗਾਹੇ। ਜਿਨ੍ਹਾਂ ਤੇ ਵੀ ਉਹ ਵਾਹਿਗੁਰੂ ਖੁਸ਼ ਹੋ ਗਿਆ ਹੈ, ਮਹਾਰਾਜ ਕਹਿੰਦੇ ਸੇ ਜਨ, ਉਹੀ ਜਨ ਵਾਹਿਗੁਰੂ ਦੇ ਗੁਣਾਂ ਨੂੰ ਗਾਹੇ ਗਾਉਂਦੇ ਹਨ। ਗਾਹੇ ਦਾ ਅਰਥ ਸੰਗਤ ਜੀ ਵਿਚਾਰਨਾ ਵੀ ਹੁੰਦਾ ਹੈ, ਉਹ ਗਾਉਂਦੇ ਵਿਚਾਰਦੇ ਹੈ। ਜਾਂ ਗਾਹੇ ਦਾ ਅਰਥ ਹੁੰਦਾ ਗ੍ਰਹਿਣ ਕਰਨਾ, ਉਹੀ ਭਈ ਰੱਬ ਦੇ ਗੁਣਾਂ ਨੂੰ ਗ੍ਰਹਿਣ ਕਰਦੇ ਹਨ। ਮਾਤ ਪਿਤਾ ਸੁਤ ਬੰਧਪੋ। ਇਸ ਪ੍ਰਕਾਰ ਜਗਿਆਸੂ ਜਿਹੜਾ ਹੈ, ਜਦੋਂ ਸੰਗਤ ਜੀ ਬੇਨਤੀਆਂ ਕਰਦਾ ਹੈ, ਕਰਦਾ ਫਿਰ ਐਸੀ ਅਵਸਥਾ ਆ ਜਾਂਦੀ ਹੈ, ਉਹ ਸਾਰਾ ਕੁਝ ਫਿਰ ਵਾਹਿਗੁਰੂ ਨੂੰ ਹੀ ਨਿਸ਼ਚੈ ਕਰਨ ਲੱਗ ਪੈਂਦਾ ਹੈ। ਉਹ ਫਿਰ ਕਹਿੰਦਾ ਮਾਤ ਮਾਂ ਹੋ ਗਈ, ਪਿਤਾ ਬਾਪ ਹੋ ਗਿਆ, ਸੁੱਤ ਪੁੱਤਰ ਹੋ ਗਿਆ, ਬੰਧਪੋ ਸੰਬੰਧੀ ਹੋ ਗਏ। ਤੂੰ ਮੇਰੇ ਪ੍ਰਾਣ ਆਧਾਰ। ਇਹ ਵਾਹਿਗੁਰੂ ਤੂੰ ਹੀ ਮੇਰੀ ਮਾਤਾ ਦੀ ਥਾਂ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕਹੇ। ਉਹ ਇੱਕ ਅਵਸਥਾ ਹੈ ਉੱਥੇ ਜਾ ਕੇ ਜਿੱਥੇ ਸਾਰਾ ਕੁਝ ਪਰਮਾਤਮਾ ਹੀ ਪਰਮਾਤਮਾ ਕੇਵਲ ਰਹਿ ਜਾਂਦਾ ਹੈ, ਔਰ ਸੰਸਾਰ ਦੇ ਰਿਸ਼ਤੇ ਝੂਠੇ ਨਜ਼ਰ ਪੈਣ ਲੱਗ ਪੈਂਦੇ। ਇਹ ਪਰਮਾਤਮਾ ਤੂੰ ਮੇਰੀ ਮਾਂ ਦੀ ਥਾਂ ਹੈ, ਤੂੰ ਹੀ ਮੇਰੇ ਪਿਤਾ ਦੀ ਥਾਂ ਹੈ, ਤੂੰ ਹੀ ਪੁੱਤਰ ਦੀ ਥਾਂ, ਤੂੰ ਹੀ ਸੰਬੰਧੀ ਦੀ ਥਾਂ। ਜਾਂ ਪੰਜਵੇਂ ਪਾਤਸ਼ਾਹ ਜੀ ਉਚਾਰਨ ਕਰਦੇ, ਮਹਾਰਾਜ ਤੂੰ ਹੀ ਮਾਤਾ ਭਾਨੀ ਦੀ ਥਾਂ ਹੈ, ਤੂੰ ਹੀ ਮੇਰਾ ਪਿਤਾ ਗੁਰੂ ਰਾਮਦਾਸ ਹੈ, ਤੂੰ ਹੀ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਰੂਪ ਹੈ, ਤੂੰ ਹੀ ਬੰਧਪ ਸੰਬੰਧੀ ਜਿਵੇਂ ਮਹਾਦੇਵ ਜੀ ਜਾਂ ਬਾਬਾ ਬੁੱਢਾ ਸਾਹਿਬ ਇਤਿਆਦਿਕ ਹੋ ਗਏ, ਇਹਨਾਂ ਦੀ ਥਾਂ ਤੇ ਵੀ ਤੂੰ ਹੀ ਹੈ। ਜਾਂ ਮਾਤਾ ਕੀ ਹੈ? ਅੰਤਰੀਵ ਭਾਵ ਦੇ ਅੰਦਰ ਜਿਹੜਾ ਖਿਮਾ ਦਾ ਗੁਣ ਹੋਣਾ ਹੈ, ਇਹ ਮਾਤਾ ਹੈ। ਜੋ ਸੰਤੋਖ ਹੋਣਾ ਹੈ, ਇਹ ਪਿਤਾ ਹੈ। ਤੇ ਜੋ ਗਿਆਨ ਹੋਣਾ ਹੈ, ਇਹ ਸੰਗਤ ਜੀ ਪੁੱਤਰ ਹੈ। ਤੇ ਜੋ ਸਰਵਣ ਮੰਨਣ ਨਿਧਿਆਸਨ ਇਹ ਗੁਣ ਹੈ, ਇਹ ਸੰਬੰਧੀ ਦੀ ਨਿਆਈ। ਮਹਾਰਾਜ ਤੂੰ ਹੀ ਮੇਰਾ ਸਾਰੀਆਂ ਥਾਵਾਂ ਤੇ ਹੈ, ਤੂੰ ਹੀ ਮੇਰੇ ਪ੍ਰਾਣਾਂ ਦਾ ਆਸਰਾ ਰੂਪ ਹੈ। ਤੇਰੇ ਆਸਰੇ ਮੇਰੇ ਪ੍ਰਾਣ ਚੱਲ ਰਹੇ ਨੇ, ਤੇ ਚੱਲਦੇ ਵੀ ਸੰਗਤ ਜੀ ਉਹਦੇ ਆਸਰੇ। ਜਦੋਂ ਪਰਮਾਤਮਾ ਆਪਣੀ ਜੋਤ ਸਾਡੇ ਸਰੀਰ ਵਿੱਚੋਂ ਖਿੱਚ ਲਵੇ, ਸਰੀਰ ਦੇ ਪ੍ਰਾਣ ਉੱਥੇ ਖਤਮ ਹੋ ਗਏ, ਬੰਦਾ ਮੁਰਦਾ ਹੋ ਜਾਂਦਾ ਹੈ। ਜਿੰਨੀ ਮਰਜ਼ੀ ਵਾਹ ਲਾ ਲਓ, ਮੁੜ ਕੇ ਤਾਂ ਨਹੀਂ ਉੱਠਦਾ। ਉਹ ਕੀ ਹੋਇਆ? ਪ੍ਰਾਣ ਖਤਮ ਹੋ ਗਏ, ਸਾਹ ਨਹੀਂ ਲੈ ਰਿਹਾ ਹੈ। ਸਾਹ ਕਿਹਦੇ ਆਸਰੇ ਆ ਰਹੇ ਸੀ? ਅੰਦਰ ਬਾਹਰ ਉਹ ਸਾਹ ਆ ਰਹੇ ਸੀ ਵਾਹਿਗੁਰੂ ਦੀ ਜੋਤ ਦੇ ਆਸਰੇ। ਜਦੋਂ ਆਪਣੀ ਜੋਤ ਸਾਡੇ ਅੰਦਰੋਂ ਖਿੱਚਦਾ ਹੈ, ਫੇਰ ਨਹੀਂ ਸੰਗਤ ਜੀ ਮਨੁੱਖ ਸੰਸਾਰ ਵਿੱਚ ਰਹਿੰਦਾ, ਮੁਰਦਾ ਹੋ ਜਾਂਦਾ। ਇਸ ਕਰਕੇ ਮਹਾਰਾਜ ਤੂੰ ਹੀ ਮੇਰੇ ਪ੍ਰਾਣਾਂ ਦਾ ਆਸਰਾ ਰੂਪ ਹੈ। ਸਾਧ ਸੰਗ ਨਾਨਕ ਭਜੈ। ਗੁਰੂ ਅਰਜਨ ਸਾਹਿਬ ਜੀ ਸਾਨੂੰ ਦੱਸਦੇ, ਗੁਰਸਿੱਖੋ, ਅਸੀਂ ਸਾਧੂਆਂ ਦੀ ਸੰਗਤ ਵਿੱਚ ਮਿਲ ਕਰਕੇ ਉਸ ਵਾਹਿਗੁਰੂ ਨੂੰ ਸਦਾ ਹੀ ਭਜੇ ਕੀਏ, ਸਿਮਰਦੇ ਚੇਤੇ ਕਰਦੇ ਆ। ਬਿਖ ਤਰਿਆ ਸੰਸਾਰ। ਤੇ ਸਿਮਰਨ ਕਰਕੇ ਆ ਜਿਹੜਾ ਸੰਸਾਰ ਹੈ ਨਾ, ਬਿਖ ਜ਼ਹਿਰ ਰੂਪ ਹੈ, ਇਹ ਅਸੀਂ ਤਰਿਆ ਪਾਰ ਕਰ ਲਿਆ ਹੈ। ਤੁਸੀਂ ਵੀ ਉਸ ਸਾਧ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਦਾ ਨਾਮ ਭਜੇ ਜਪੋ ਸਿਮਰੋ, ਤਾਂ ਤੁਸੀਂ ਵੀ ਇਹ ਸੰਸਾਰ ਜਿਹੜਾ ਜ਼ਹਿਰ ਰੂਪ ਹੈ, ਇਹਨੂੰ ਤਰਿਆ ਕਿ ਤਰ ਜਾਵੋਗੇ, ਸੌਖੇ ਤਰੀਕੇ ਨਾਲ ਪਾਰ ਹੋ ਜਾਵੋਗੇ। ਇਸ ਪ੍ਰਕਾਰ ਸੰਗਤ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਤੇ ਬੜੀ ਮਹਾਨ ਕਿਰਪਾ ਕੀਤੀ ਹੈ, ਸਾਨੂੰ ਉਸ ਪਰਮ ਪਰਮਾਤਮਾ ਦੀ ਸਿਫਤ ਵਿੱਚ ਜੋੜਿਆ ਹੈ। ਵਾਹਿਗੁਰੂ ਨੇ, ਗੁਰੂ ਅਰਜਨ ਸਾਹਿਬ ਜੀ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਨ ਦੀ ਜਾਚ ਸਿਖਾਈ, ਢੰਗ ਦੱਸਿਆ ਕਿ ਬੇਨਤੀ ਕਿਵੇਂ ਕਰਨੀ, ਉਹਦੀ ਸਿਫਤ ਵਿੱਚ ਕਿਸ ਤਰੀਕੇ ਦੇ ਨਾਲ ਜੁੜ ਕੇ ਰਹਿਣਾ ਹੈ। ਇਸ ਪ੍ਰਕਾਰ ਇਸ ਪਾਵਨ ਸ਼ਬਦ ਅੰਦਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਬੋਲ ਸਾਨੂੰ ਬਖਸ਼ਿਸ਼ ਕੀਤੇ ਹੈ। ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕੀਤਾ ਹੋਇਆ ਉਪਦੇਸ਼, ਇਹਦਾ ਸਾਰ ਅੰਸ਼ ਸਾਡੇ ਹਿਰਦਿਆਂ ਵਿੱਚ ਵਸੇ, ਤਾਂ ਜੋ ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਉਹ ਅਸੀਂ ਸਮਝ ਜਾਈਏ, ਤੇ ਜਿੱਥੇ ਗੁਰੂ ਸਾਹਿਬ ਜੀ ਸਾਡੀ ਸੁਰਤ ਨੂੰ ਪਹੁੰਚਾਉਣਾ ਚਾਹੁੰਦੇ ਹੈ, ਉੱਥੇ ਸਾਡੀ ਸੁਰਤ ਪਹੁੰਚ ਜਾਵੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਭ ਸੰਗਤ ਦਾ ਧੰਨਵਾਦ ਹੈ। ਭੁੱਲਾਂ ਚੁੱਕਾਂ ਦੀ ਖਿਮਾ। 2 ਤੁਕਾਂ ਪੜ੍ਹ ਕੇ ਸਮਾਪਤੀ ਹੈ ਜੀ। ਮਾਤ ਪਿਤਾ ਸੁਤ ਬੰਧਪੋ, ਤੂੰ ਮੇਰੇ ਪ੍ਰਾਣ ਆਧਾਰ।
ਸਾਧ ਸੰਗ ਨਾਨਕ ਭਜੈ ਬਿਖ ਤਰਿਆ ਸੰਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਤਰੀਏ ਗੁਰ